वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार के नियम अनुसार गुरु इतिहास की चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है सतगुरु जी 9 खंडां दा उधार करते हैं। जदों कुरखंड पहुंचे ने, इथों दी बिल्कुल उल्टी रीत वेखी है। इथों दे लोग जदों बच्चे का जन्म हुंदा है ते रोंदे ने, जदों किसी बंदे की मौत हुंदी है ते खुशी मनाउंदे ने। भाई मरदाने ने पूछया, बाबा ये जेड़े लोग ने मरदाना सुन के तिन गाथा, बूझन लगा प्रभु के साथा, बड़े कौतकी नर ए थाई, दवै बातें वपरीत कराई। दोवें गल्लां उल्ट करदे ने। तां जमन ते हसना चाहिए, मरण ते रोना चाहिए, क्योंकि जन्म मलाप है, मौत विछोड़ा है। गुरु नानक साहब ने आख्या, मरदानिया श्री गुर कहें सुनो मरदाना, इनके हृदय अदक अज्ञाना। सतगुरु कहते तो बिल्कुल ही अज्ञानी ने। अजे सतगुरु जी भाई मरदाने नूं समझा ही रहे सन कि कुरखंड दे लोग इकट्ठे होके सतगुरु जी दे पास आए। सतगुरु गुरु नानक साहब पिता महाराज ने पूछया कि भाई तुसी इंज क्यों करदे हो, इहदे पिछे तुहाडा की ज्ञान है, इहदे पिछे तुहाडी किहड़ी अकल है, इहदे पिछे की तुहाडी किहड़ी समझदारी है। पता तो लगे कि कोई ना कोई इस गल का आधार तो होएगा ना।
ਕਿ ਬੱਚਾ ਜੰਮੇ ਤੇ ਰੋਵੋ, ਬਜ਼ੁਰਗ ਮਰੇ ਤੇ ਹੱਸੋ। ਉਹਨਾਂ ਨੇ ਬੜੀ ਸਾਦੀ ਜੀ ਗੱਲ ਕਹੀ। ਕਹਿਣ ਲੱਗੇ ਜੀ, ਜਨਮੈ ਤੇ ਜਗ ਪਾਵੇਂ ਦੁੱਖ ਕੋ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਫਿਰ ਉਹਨੂੰ ਸੰਸਾਰ ਦੇ ਦੁੱਖ ਭੋਗਣੇ ਪੈਂਦੇ ਨੇ। ਮਰੇ ਮਿਲੈ ਈਸ਼ਵਰ ਲਹੈ ਸੁਖ ਕੋ। ਜਦੋਂ ਬੰਦਾ ਮਰਦਾ ਹੈ ਤੇ ਛੁੱਟ ਜਾਂਦਾ ਹੈ, ਰੱਬ ਨੂੰ ਮਿਲਦਾ ਹੈ, ਫਿਰ ਉਹਨੂੰ ਸੁੱਖ ਮਿਲਦੇ ਨੇ। ਦੇਖੋ, ਬਾਹਰ ਮੁਖੀ ਇਹ ਗੱਲ ਬਿਲਕੁਲ ਠੀਕ ਹੈ। ਜੀਵਨ ਕੀ ਹੈ? ਜੀਵਨ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਹੈ। ਬੱਚੇ ਤੋਂ ਜਵਾਨ ਹੋਣਾ ਇੱਕ ਸੰਘਰਸ਼ ਹੈ। ਜਵਾਨੀ ਤੋਂ ਬਾਅਦ ਬੁਢੇਪੇ ਨੂੰ ਰੋਕਣਾ ਇਹ ਵੀ ਇੱਕ ਸੰਘਰਸ਼ ਹੈ। ਹਰ ਐਤਵਾਰ ਬੰਦਾ ਵਾਲ ਕਾਲੇ ਕਰਦਾ ਹੈ, ਕੁਸ਼ਤੇ ਖਾਂਦਾ ਹੈ, ਅਲਸੀ ਬਣਾ ਕੇ ਖਾਂਦਾ ਹੈ, ਫਿਰ ਅਖਰੋਟ ਭਿਉਂ ਭਿਉਂ ਕੇ ਖਾਂਦਾ ਹੈ। ਬੁਢੇਪੇ ਨੂੰ ਰੋਕਣ ਤੇ ਹੀ ਸਾਰਾ ਜ਼ੋਰ ਲੱਗ ਜਾਂਦਾ ਹੈ। ਫਿਰ ਜੀਵਨ ਵਿੱਚ, ਕਿਉਂਕਿ ਜੀਵਨ ਕਦੇ ਸਮੂਥ ਨਹੀਂ ਚੱਲਦਾ। ਤੁਸੀਂ ਕਦੇ ਕੈਲੰਡਰ ਵੇਖਿਓ ਜੇ, ਰੋਜ਼ ਟਾਈਮ ਘਟਦਾ ਵੱਧਦਾ ਹੈ। ਜੇ ਟਾਈਮ ਘਟ ਵੱਧ ਰਿਹਾ ਹੈ ਤੇ ਸਾਡੀਆਂ ਜੀਵਨ ਦੀਆਂ ਸਮੱਸਿਆਵਾਂ ਕਿਵੇਂ ਸਥਿਰ ਰਹਿ ਸਕਦੀਆਂ ਨੇ ਭਾਈ? ਨਾ ਸਾਡੀ ਉਮਰ ਰੁਕਦੀ ਹੈ, ਨਾ ਟਾਈਮ ਰੁਕਦਾ ਹੈ। ਫਿਰ ਪਰਮਾਤਮਾ ਨੇ ਸੰਸਾਰ ਦੀ ਬਨਾਵਟ ਐਸੀ ਕੀਤੀ ਹੈ। ਕੁਦਰਤ ਐਸੀ ਬਣਾਈ ਹੈ। ਹੁਣ ਬਾਹਰ ਮੁਖੀ ਉਹਨਾਂ ਦਾ ਜਵਾਬ ਬਿਲਕੁਲ ਠੀਕ ਸੀ। ਸਤਿਗੁਰੂ ਕਹਿਣ ਲੱਗੇ, ਨਹੀਂ, ਇਹ ਗਲਤ ਹੈ। ਕਿਵੇਂ ਗਲਤ ਹੈ? ਇਹ ਕਥਾ ਆਪਾਂ ਨੇ ਕੱਲ ਸੁਣੀ ਸੀ ਕਿ ਰੋਵੈ ਹਸੈ ਇਹੀ ਗਤ ਜਾਣੈ, ਸੁਣ ਸ਼੍ਰੀ ਨਾਨਕ ਬੈਣ ਬਖਾਨੈ। ਹੁਣ ਇੱਥੇ ਫਿਰ ਸਤਿਗੁਰੂ ਦੀ ਮੱਤ ਕੀ ਹੈ? ਇੱਥੇ ਗੁਰੂ ਨਾਨਕ ਦਾ ਸਿਧਾਂਤ ਕੀ ਹੈ? ਇਸ ਪਰਥਾਏ ਗੁਰੂ ਨਾਨਕ ਦਾ ਘਰ ਕੀ ਕਹਿੰਦਾ ਹੈ? ਇਹਦੇ ਪਰਥਾਏ ਸਿੱਖ ਧਰਮ ਦਾ ਕੀ ਫੈਸਲਾ ਹੈ? ਹਾਂਜੀ। परमेश्वर को मिलन को महाबिखम पहचान। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ, ਜਿਹੜਾ ਪਰਮੇਸ਼ਰ ਨੂੰ ਮਿਲਣਾ ਹੈ, ਤੁਸੀਂ ਤੇ ਕਮਾਲ ਕਰ ਦਿੱਤੀ ਹੈ। 2 ਤੇ 2 4, ਇਹ ਤੇ ਕੰਮ ਹੀ ਸਿੱਧਾ ਕਰ ਦਿੱਤਾ ਵੀ ਬੰਦਾ ਮਰੇਗਾ ਤੇ ਰੱਬ ਨੂੰ ਮਿਲ ਪਵੇਗਾ, ਜਨਮੇਗਾ ਤੇ ਵਿਛੜ ਜਾਏਗਾ। ਸਤਿਗੁਰੂ ਕਹਿੰਦੇ ਇਦਾਂ ਥੋੜਾ ਰੱਬ ਮਿਲਦਾ ਹੈ। ਰੱਬ ਦਾ ਮਿਲਾਪ ਇਦਾਂ ਨਹੀਂ ਹੁੰਦਾ ਵੀ ਮਰੋ ਤੇ ਰੱਬ ਨੂੰ ਮਿਲ ਜਾਓ। ਰੱਬ ਇਦਾਂ ਨਹੀਂ ਮਿਲਦਾ। ਪਰਮੇਸ਼ਰ ਕੋ ਮਿਲਣ ਜੋ ਮਹਾਬਿਖਮ ਪਹਿਚਾਨ। ਉਹ ਭਾਈ ਕੋਰਖੰਡ ਦੇ ਰਹਿਣ ਵਾਲਿਓ, ਰੱਬ ਨੂੰ ਮਿਲਣਾ ਤੇ ਸਭ ਤੋਂ ਔਖਾ ਕੰਮ ਹੈ, ਸਭ ਤੋਂ ਔਖੀ ਗੱਲ ਹੈ। ਪਰਮੇਸ਼ਰ ਨੂੰ ਮਿਲਣਾ, ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋਣਾ, ਉਹਦੇ ਵਿੱਚ ਜਾ ਕੇ ਵਲੀਨ ਹੋਣਾ। ਹਾਂਜੀ। ਬਿਨ ਸਤ ਸੰਗਤ ਭਗਤ ਤੇ ਜਾਣਿਓ ਪਾਵਨਯਾਨ। ਪਰਮਾਤਮਾ ਨੂੰ ਮਿਲਣ ਦੇ 2 ਤਰੀਕੇ ਨੇ। ਇੱਕ ਰੱਬ ਦੀ ਭਗਤੀ ਹੈ, ਦੂਜਾ ਸਤ ਸੰਗ ਹੈ। ਸਤ ਸੰਗ ਤੋਂ ਬਿਨਾ, ਭਗਤੀ ਤੋਂ ਬਿਨਾ ਰੱਬ ਨਹੀਂ ਮਿਲਦਾ। ਇਹ ਜਿਹੜਾ ਸ਼ਬਦ ਹੈ ਕਿ ਸਰੰਜਾਮ ਲਾਗ ਭਵ ਜਲ ਤਰਨ ਕੈ, ਭਾਈ ਕੋਈ ਉਦਮ ਕਰ ਕਿ ਇਸ ਭਵ ਸਾਗਰ ਨੂੰ ਤਰਿਆ ਜਾ ਸਕੇ। ਸਰੰਜਾਮ ਲਾਗ
ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗਾਂ ਵਿੱਚ ਜਨਮ ਵਿਅਰਥ ਚਲਾ ਜਾਂਦਾ ਹੈ। ਇਸ ਕਰਕੇ ਕੋਈ ਸਰੰਜਾਮ ਕਰ, ਕੋਈ ਉਦਮ ਕਰ, ਕੋਈ ਉਪਾਅ ਕਰ, ਕੋਈ ਉਕਤੀ ਜੁਗਤੀ ਲੜਾ ਭਾਈ। ਇਹਦੇ ਵਾਸਤੇ ਤੈਨੂੰ ਕੋਈ ਤਰੱਦਦ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰ। ਅੱਗੇ ਕੀ ਹੈ? ਇਹ ਜਿਹੜਾ ਸਰੀਰ ਹੈ ਇਹ ਭਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੁਸੀਂ ਜੋ ਮਰਜ਼ੀ ਕਰੋ, ਤੁਹਾਡਾ ਪ੍ਰਵਾਨ ਹੋ ਸਕਦਾ ਹੈ। ਦੋ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਫਿਕਸ ਕਰ ਲਓ, ਇੱਕ ਸਵੇਰੇ ਉੱਠ ਕੇ ਪਾਠ ਕਰਨਾ, ਦੂਜਾ ਜਾ ਕੇ ਸੰਗਤ ਕਰਨੀ। ਫੈਸਲਾ ਇਹ ਹੈ ਕਿ ਇਤ ਸੰਗਤ ਨਿਚੋ ਤਰਨਾ। ਇਹ ਸੰਗਤ ਵਿੱਚ ਆਓਗੇ, ਇੱਕ ਨਾ ਇੱਕ ਦਿਨ ਤੁਸੀਂ ਤਰ ਜਾਓਗੇ। ਵੇਖੋ, ਮੈਂ ਇਹ ਗੱਲ ਆਪਣੀ ਨਾਨੀ ਤੋਂ ਸੁਣੀ ਸੀ। ਬਜ਼ੁਰਗਾਂ ਦੇ ਤਰੀਕੇ ਹੁੰਦੇ ਸੀ ਸਮਝਾਉਣ ਦੇ। ਹੁਣ ਤਾਂ ਅੱਜ ਨਾ ਦਾਦੀ ਕੋਲ ਟਾਈਮ ਹੈ, ਨਾ ਨਾਨੀ ਕੋਲ ਟਾਈਮ ਹੈ, ਨਾ ਮਾਂ ਕੋਲ ਟਾਈਮ ਹੈ। ਸਾਰੇ ਹਾਈਟੈਕ ਹੋਏ ਫਿਰਦੇ ਨੇ। ਇੱਕ ਵਕਤ ਸੀ ਬਜ਼ੁਰਗਾਂ ਦੀ ਜ਼ਿੰਮੇਵਾਰੀ ਸੀ। ਇੱਕ ਰੱਬ ਨੇ ਵੇਖੋ ਨਿਯਮ ਵੀ ਕੁਝ ਐਸੇ ਕੁਦਰਤ ਵਿੱਚ ਰੱਖ ਦਿੱਤੇ। ਬੱਚੇ ਨੂੰ ਜ਼ਰੂਰਤ ਉਸ ਵਿਅਕਤੀ ਦੀ ਹੈ ਜਿਹਦੇ ਕੋਲ ਟਾਈਮ ਹੋਵੇ। ਤੁਹਾਨੂੰ ਪਤਾ ਮਾਂ ਪਿਓ ਕੋਲ ਟਾਈਮ ਨਹੀਂ ਹੁੰਦਾ, ਤੇ ਬਜ਼ੁਰਗਾਂ ਕੋਲ ਟਾਈਮ ਪਾਸ ਕਰਨ ਵਾਸਤੇ ਬਹਾਨਾ ਕੋਈ ਨਹੀਂ ਹੁੰਦਾ। ਤੇ ਰੱਬ ਨੇ ਸੰਜੋਗ ਹੀ ਐਸਾ ਬਣਾ ਦਿੱਤਾ, ਔਰ ਸਾਨੂੰ ਬਾਣੀ 'ਚ ਵੀ ਸਮਝਾ ਦਿੱਤਾ। ਜਦੋਂ ਦਿਨ ਰਾਤ ਦੀ ਸਾਨੂੰ ਵਡਿਆਈ ਸਮਝਾਈ, ਇਹੀ ਕਿਹਾ ਨਾ, ਦਿਵਸ ਰਾਤ ਦੋਏ ਦਾਈ ਦਾਇਆ। ਤੇਰੀ ਜ਼ਿੰਦਗੀ ਵਿੱਚ ਦਿਨ ਤੇ ਰਾਤ ਐਵੇਂ ਨੇ ਜਿਵੇਂ ਇੱਕ ਦਾਦਾ ਹੋਵੇ, ਇੱਕ ਦਾਦੀ ਹੋਵੇ। ਤੇ ਜਿਹਨੇ ਦਾਦਾ ਦਾਦੀ ਵੇਖੇ ਨਹੀਂ, ਉਹਨਾਂ ਨੂੰ ਕੀ ਪਤਾ ਦਿਨ ਕਿਹਨੂੰ ਕਹਿੰਦੇ ਨੇ ਤੇ ਰਾਤ ਕਿਹਨੂੰ ਕਹਿੰਦੇ ਨੇ। ਦਾਦੇ ਦਾ ਕੰਮ ਹੈ ਆਪਣੀ ਉਂਗਲੀ ਪਕੜਾਵੇ ਤੇ ਬਾਜ਼ਾਰ ਵੀ ਘੁਮਾ ਲਿਆਵੇ, ਪਾਰਕ ਵੀ ਘੁਮਾ ਲਿਆਵੇ, ਸਕੂਲ ਵੀ ਛੱਡ ਆਵੇ, ਲੈ ਵੀ ਆਵੇ। ਦਾਦੀ ਦਾ ਕੰਮ ਹੈ ਨਵਾਵੇ ਧਵਾਵੇ, ਲੋਰੀਆਂ ਦੇਵੇ, ਬਾਤਾਂ ਸੁਣਾਵੇ, ਚੂਰੀ ਕੁੱਟ ਕੇ ਦਵੇ, ਆਪਣੇ ਨਾਲ ਰਜਾਈ ਵਿੱਚ ਨਿੱਘੀ ਰਜਾਈ ਦੇ ਵਿੱਚ ਬੱਚਿਆਂ ਨੂੰ ਨਿੱਘ ਦੇ ਕੇ ਸੁਆਵੇਂ। ਹੁਣ ਬੱਚੇ ਸੌਂਦੇ ਨੇ ਮਾਈਆਂ ਨਾਲ, ਨੌਕਰਾਣੀਆਂ ਨਾਲ, ਤੇ ਸੰਸਕਾਰ ਸਰਦਾਰਾਂ ਵਾਲੇ ਤੁਹਾਨੂੰ ਕਿੱਥੋਂ ਮਿਲ ਜਾਣਗੇ ਭਾਈ। ਤੁਸੀਂ ਜਿਸ ਵਿਅਕਤੀ ਦੇ ਨਾਲ ਰਹਿੰਦੇ ਹੋ, ਤੁਹਾਨੂੰ ਉਹਦਾ ਪ੍ਰਭਾਵ ਪ੍ਰਾਪਤ ਹੁੰਦਾ ਹੈ। ਇਸੇ ਨੂੰ ਸੰਗਤ ਕਹਿੰਦੇ ਨੇ। ਮੈਂ ਤੇ ਇਸ ਤੋਂ ਅਗਲੀ ਗੱਲ ਵੀ ਆਪ ਜੀ ਨਾਲ ਸਾਂਝੀ ਕਰਦਾ। ਮੰਨ ਲਓ ਮੇਰਾ ਹੀ ਬੱਚਾ ਹੈ, ਮੇਰਾ ਬੱਚਾ ਵਿਗੜ ਗਿਆ। ਹੁਣ ਮੈਂ ਕਿਸੇ ਨੂੰ ਕਿਹਾ ਜੀ ਮੇਰਾ ਤੇ ਬੱਚਾ ਵਿਗੜ ਗਿਆ ਹੈ। ਹੁਣ ਜਿਹੜਾ ਤੇ ਹੋਏਗਾ ਮੂਰਖ, ਉਹ ਮੈਨੂੰ ਕਹੇਗਾ ਵੀ ਗਿਆਨੀ ਜੀ ਇਹਦੇ ਮੁੰਡੇ ਦੇ ਦੋ ਕੰਨਾਂ ਤੇ ਮਾਰੀਆਂ ਨਹੀਂ ਜਾਂਦੀਆਂ ਤੁਹਾਡੇ ਕੋਲ, ਡੰਡਾ ਫੜੋ ਤੇ ਗਿੱਟੇ ਝਾੜੋ ਇਹਦੇ ਜਵਾਕ ਦੇ, ਸਵੇਰੇ ਸਿੱਧਾ ਹੋ ਜਾਏਗਾ। ਇਹ ਮੂਰਖ ਦੀ ਸਲਾਹ ਹੋਏਗੀ। ਪਰ ਸਿਆਣਾ ਆਦਮੀ ਤੁਹਾਨੂੰ ਕੀ ਕਹੇਗਾ? ਸਿਆਣਾ ਆਦਮੀ ਕਹੇਗਾ ਗਿਆਨੀ ਜੀ ਤੁਹਾਡੇ ਕਾਕੇ ਦਾ ਕੋਈ ਕਸੂਰ ਨਹੀਂ ਹੈ। ਤੇ ਫਿਰ ਮੈਂ ਕਹਾਂਗਾ ਵੀ ਮੇਰਾ ਕਸੂਰ ਹੈ। ਉਹ ਕਹੇਗਾ ਮੈਂ ਤੁਹਾਨੂੰ ਇਹ ਵੀ ਨਹੀਂ ਕਿਹਾ ਵੀ ਤੁਹਾਡਾ ਕਸੂਰ ਹੈ। ਅਸਲ ਵਿੱਚ ਤੁਹਾਡੇ ਬੱਚੇ ਦੀ ਸੁਸਾਇਟੀ ਗਲਤ ਹੈ। ਇਹ ਜਿਹੜੇ ਬੱਚਿਆਂ ਨਾਲ ਸਕੂਲ ਵਿੱਚ ਵੀ ਉੱਠਦਾ ਬੈਠਦਾ ਖੇਡਦਾ, ਉਹ ਬੱਚੇ ਸਾਰੇ ਗੰਦੇ ਨੇ, ਮਾੜੇ ਨੇ। ਹੁਣ ਇਹਦਾ ਹੱਲ ਕੀ ਹੈ? ਹੱਲ ਇਹ ਵੀ ਸਵਾਲ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਠੀਕ ਕਰਨਾ ਹੈ।
ਸਵਾਲ ਇਹ ਹੈ ਵੀ ਕੀ ਤੁਸੀਂ ਬੱਚੇ ਦੀ ਸੁਸਾਇਟੀ ਠੀਕ ਕਰ ਸਕਦੇ ਹੋ? ਸਾਈਂ ਬੁੱਲੇ ਸ਼ਾਹ ਲਾਹੌਰ ਆਏ, ਰਹਿੰਦੇ ਸੀ ਕਸੂਰ ਵਿੱਚ। ਦੇਖੋ ਮੈਂ ਤੇ ਪਾਕਿਸਤਾਨ ਵੇਖਿਆ ਨਹੀਂ, ਪਰ ਇੰਨਾ ਮੈਨੂੰ ਪਤਾ ਹੈ ਵੀ ਅੰਮ੍ਰਿਤਸਰ ਦੇ ਸਾਹਮਣੇ ਜਿਹੜਾ ਆਪੋਜੀਟ ਸ਼ਹਿਰ ਹੈ ਉਹ ਲਾਹੌਰ ਹੈ, ਤੇ ਫਿਰੋਜ਼ਪੁਰ ਦੇ ਸਾਹਮਣੇ ਜਿਹੜਾ ਆਪੋਜੀਟ ਸ਼ਹਿਰ ਹੈ ਪਾਕਿਸਤਾਨ ਵਿੱਚ ਉਹ ਕਸੂਰ ਹੈ। ਇੱਥੋਂ ਬਾਰਡਰ ਪਾਰ ਕਰੋਗੇ ਹੁਸੈਨੀ ਵਾਲਾ ਤੇ ਕਸੂਰ ਪਹੁੰਚ ਜਾਓਗੇ, ਤੇ ਜੇ ਅੰਮ੍ਰਿਤਸਰ ਵਾਲਾ ਬਾਘਾ ਬਾਰਡਰ ਪਾਰ ਕਰੋਗੇ ਤੇ ਲਾਹੌਰ ਪਹੁੰਚ ਜਾਓਗੇ। 30-35 ਕਿਲੋਮੀਟਰ ਦੂਰ ਹੈ ਸਾਰਾ। ਇੱਕ ਸਾਈਂ ਬੁੱਲੇ ਸ਼ਾਹ ਲਾਹੌਰ ਆਏ ਤੇ ਲਾਹੌਰ ਦੇ ਵਿੱਚ ਉਹਨਾਂ ਨੇ ਸਭਾ ਨੂੰ ਸੰਬੋਧਨ ਕੀਤਾ, ਤੇ ਤੁਰਨ ਲੱਗਿਆ ਇੱਕ ਗੱਲ ਆਖਿਆ ਤੁਸੀਂ ਚੰਗੇ, ਤੁਹਾਡਾ ਵਤਨ ਚੰਗਾ, ਤੁਸੀਂ ਰਲ ਚੰਗਿਆਂ ਵਿੱਚ ਬਹਿੰਦੇ, ਅਸੀਂ ਕਸੂਰੀ, ਸਾਡਾ ਵਤਨ ਕਸੂਰੀ, ਅਸੀਂ ਵਿੱਚ ਕਸੂਰ ਦੇ ਰਹਿੰਦੇ। ਦੇਖੋ ਗੱਲ ਤੇ ਕੁਛ ਵੀ ਨਹੀਂ ਸੀ, ਬੜੀ ਵੱਡੀ ਹੋ ਗਈ। ਉਹ ਕਹਿੰਦੇ ਮੇਰੇ ਸ਼ਹਿਰ ਦਾ ਨਾਂ ਕਸੂਰ ਹੈ, ਤੇ ਕਸੂਰ ਦਾ ਅਰਥ ਕੀ ਹੁੰਦਾ ਹੈ? ਗਲਤੀ, ਫਾਲਟ। ਆਪਾਂ ਕਹਿੰਦੇ ਮੇਰਾ ਕੀ ਫਾਲਟ ਹੈ ਜੀ, ਮੇਰਾ ਕੀ ਕਸੂਰ ਹੈ ਜੀ? ਉਹ ਕਹਿੰਦੇ ਮੇਰਾ ਤੇ ਵਤਨ ਹੀ ਕਸੂਰੀ ਹੈ, ਤੇ ਮੈਂ ਰਹਿੰਦਾ ਵੀ ਕਸੂਰ ਵਿੱਚ ਆ, ਤੇ ਮੈਂ ਹੈਗਾ ਵੀ ਗਲਤੀਆਂ ਦਾ ਪੁਤਲਾ ਹਾਂ ਭਾਈ। ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਚੰਗੇ ਬਣੋ, ਇੱਕ ਫੈਸਲਾ ਕਰ ਲਓ ਵੀ ਰੋਜ਼ ਸੰਗਤ ਵਿੱਚ ਆਉਣਾ ਹੈ। ਹੁਣ ਇੱਥੇ ਤੁਸੀਂ ਜਦੋਂ ਵੀ ਆਓਗੇ, ਕਥਾ ਸਵਾਲ ਨਹੀਂ ਕਿ ਮੈਂ ਕਰਾਂਗਾ ਜਾਂ ਕੋਈ ਹੋਰ ਕਰੇਗਾ, ਉਹ ਤੁਹਾਨੂੰ ਇੱਕੋ ਹੀ ਗੱਲ ਕਹਿਣਗੇ, ਨਾਮ ਜਪੋ ਜੀ, ਬਾਣੀ ਪੜ੍ਹੋ ਜੀ, ਅੰਮ੍ਰਿਤ ਛਕੋ ਜੀ, ਕੇਸ ਰੱਖੋ ਜੀ। ਇੱਕੋ ਹੀ ਗੱਲ ਰੋਜ਼ ਰਿਪੀਟ ਹੋਏਗੀ। ਤੁਸੀਂ ਕਹੋਗੇ ਜੀ ਗਿਆਨੀ ਜੀ ਤੁਹਾਨੂੰ ਹੋਰ ਕੋਈ ਗੱਲ ਨਹੀਂ ਹੈਗੀ, ਤਾਂ ਮੈਨੂੰ ਤੇ ਕਹੋ, ਤੇ ਜਿਹੜੀ ਗੱਲ ਤੁਹਾਡੇ ਟੀਵੀ 'ਚ ਆਉਂਦੀ ਉਹਨਾਂ ਨੂੰ ਵੀ ਕਹੋ ਨਾ। ਹਰ ਥੋੜੇ ਮਿੰਟਾਂ ਬਾਅਦ ਇੱਕ ਐਡ ਆਉਂਦੀ ਹੈ, ਕੋਈ ਸਾਬਣ ਦੀ ਆਉਂਦੀ ਹੈ, ਕੋਈ ਪਾਊਡਰ ਦੀ ਆਉਂਦੀ ਹੈ, ਕੋਈ ਕਿਸੇ ਹੋਰ ਚੀਜ਼ ਦੀ ਆਉਂਦੀ ਹੈ। ਇਹ ਪੈਸੇ ਲੈ ਕੇ ਦਿੰਦੇ ਨੇ, ਉਹ ਲੋਕ ਪੈਸੇ ਦੇ ਕੇ ਲਵਾਉਂਦੇ ਨੇ, ਤੇ ਉਹਦਾ ਨਤੀਜਾ ਕੀ ਨਿਕਲਦਾ ਹੈ? ਜਿਹੜੀ ਟਾਇਰ ਕੰਪਨੀ ਦੀ ਬਹੁਤੀ ਐਡ ਆਵੇ ਉਹਦੇ ਟਾਇਰ ਵਿਕ ਜਾਂਦੇ ਨੇ, ਜਿਹੜੀ ਕੰਪਨੀ ਦੀ ਬਹੁਤੀ ਐਡ ਆਵੇ ਉਹਦੀਆਂ ਫਰਿੱਜਾਂ ਵਿਕ ਜਾਂਦੀਆਂ ਨੇ, ਉਹਨਾਂ ਦੇ ਟੀਵੀ ਵਿਕ ਜਾਂਦੇ ਨੇ, ਉਹਨਾਂ ਦੇ ਮੋਬਾਈਲ ਵਿਕ ਜਾਂਦੇ ਨੇ, ਕਿਉਂਕਿ ਪ੍ਰਾਪੇਗੰਡੇ ਦਾ ਜ਼ਮਾਨਾ ਹੈ, ਐਡ ਦਾ ਜ਼ਮਾਨਾ ਹੈ, ਪਬਲਿਸਿਟੀ ਦਾ ਯੁੱਗ ਹੈ। ਮਤਲਬ ਗੁਰਦੁਆਰੇ ਵਿੱਚ ਹੋਵੇ ਤੇ ਗੁਨਾਹ ਹੈ, ਤੇ ਤੁਹਾਡੇ ਘਰ ਟੀਵੀ 'ਚ ਘੜੀ ਘੜੀ ਹੋਵੇ ਤੇ ਉਹ ਪੁੰਨ ਹੈ। ਇੱਥੇ ਆਓਗੇ, ਘੜੀ ਘੜੀ ਤੁਹਾਨੂੰ ਚੰਗੀਆਂ ਗੱਲਾਂ ਕਰਨ ਵਾਸਤੇ ਬੋਲਿਆ ਜਾਏਗਾ। ਕਿੰਨੇ ਕੁ ਪੱਥਰ ਹੋਵੋਗੇ ਤੁਸੀਂ? ਫਿਰ ਜੀਵਨ ਕੀ ਹੈ? ਜੀਵਨ ਦੇ ਵਿੱਚ ਠੋਕਰਾਂ ਰੋਜ਼ ਵੱਜਦੀਆਂ ਨੇ। ਇਹ ਸਵਾਲ ਇਹ ਨਹੀਂ ਵੀ ਤੁਸੀਂ ਮੇਰਾ ਕਹਿਣਾ ਮੰਨੋਗੇ, ਕਦੇ ਨਾ ਕਦੇ ਇਹ ਦਿਲ ਜ਼ਖਮੀ ਹੋ ਕੇ ਇੱਥੇ ਆਏਗਾ। ਕਿਸੇ ਨਾ ਕਿਸੇ ਆਪਣੇ ਨੇ ਸੱਲ ਦਿੱਤਾ ਹੋਏਗਾ, ਵਪਾਰ ਵਿੱਚ ਘਾਟਾ ਪਿਆ ਹੋਏਗਾ, ਕੋਈ ਆਪਣਾ ਪੈਸੇ ਮਾਰ ਕੇ ਚਲਾ ਜਾਏਗਾ, ਕੋਈ ਆਪਣਾ ਜੀਵਨ ਵਿੱਚ ਧੱਕਾ ਦੇ ਕੇ ਚਲਾ ਜਾਏਗਾ। ਉਹ ਜਿਨ੍ਹਾਂ ਗੱਲਾਂ ਦੇ ਪਿੱਛੇ ਅਸੀਂ ਰੱਬ ਨੂੰ ਮਖੌਲ ਕਰਦੇ ਸੀ, ਹੋ ਸਕਦਾ ਕੋਈ ਸਾਡਾ ਉਹ ਆਸ਼ਿਆਨਾ ਹੀ ਉਜਾੜ ਕੇ ਚਲਾ ਜਾਏ। ਫਿਰ ਜਦੋਂ ਇੱਥੇ ਆ ਕੇ ਅਸੀਂ ਰੋਵਾਂਗੇ ਤੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਗੱਲ ਆਏਗੀ। ਗਿਆਨੀ ਜੀ ਰੋਜ਼ ਕਹਿੰਦੇ ਹੁੰਦੇ ਸੀ ਕਿ ਸੱਜਣ ਸੱਚਾ ਪਾਤਸ਼ਾਹ। ਸੱਜਣ ਤੇ ਪਾਤਸ਼ਾਹ ਹੀ ਹੈ ਬਈ, ਬਾਕੀ ਤੇ ਖਾਊ ਯਾਰ ਨੇ। ਇਹ ਮੇਰੀਆਂ ਸਹੇਲੀਆਂ ਨੇ ਜੀ, ਇਹ ਮੇਰੇ ਫਰੈਂਡ ਨੇ ਜੀ, ਇਹ ਮੇਰੇ ਮਿੱਤਰ ਨੇ ਜੀ, ਇਹ ਮੇਰੇ ਦੋਸਤ ਨੇ ਜੀ, ਇਹ ਮੇਰੇ ਰਿਸ਼ਤੇਦਾਰ ਨੇ ਜੀ। ਤੇ ਜਦੋਂ ਰਿਸ਼ਤੇਦਾਰਾਂ ਨੇ ਚੱਟ ਚੁੱਟ ਕੇ ਸੁੱਟ ਦਿੱਤਾ ਤੇ ਫਿਰ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਹੁਣ ਇੱਥੇ ਕੌਣ ਬਚਿਆ?
इत्थे सिर्फ केवल एक रब बचे है। संग सखा सब तज गए, को न निभ्यो साथ। जिदन तुहाडी जिंदगी विच दुख आएगा सारे परखे जाणगे, सब परखे जाणगे, कोई तुहाडी मदद करन नहीं आएगा। बहुते तो हॉस्पिटल पता लैण भी नहीं आउंदे, वो तो एक दूजे ने पुछ लेंदे ने की लगदा तुहानूं बचेगा कि मरेगा, इदां बोलते ने लोग। जे भुलेखा अपना कढ़ना होवे ना ते अपने किसी सज्जन मित्र नूं पुछो जे भी मेरे बारे सारे की पुछदे सी, ये नहीं पुछणगे भी वीर जी कोई फर्क होया, कदों तक फर्क पै जाएगा, वीर जी कदों घर आ जाणगे। पुछो असी तो इस करके नहीं जाते भी इन्फैक्शन ना हो जाए, कोई पता करियो भी कोई लोड़ होवे ते कोई पैसों की लोड़ होवे, कोई होर काम की लोड़ होवे ते तुसी ते अंदर जाने हो तो उन्होंने कान च कहना भी कोई फिक्र नहीं करना, तुसी असी मगर बैठे आ। किन्ने बंदे होणगे? जे 100 मित्र होएगा तो एक निकलूगा, 99 ते ही पुछणगे भी भला तुहानूं की लगदा, की कहंदे ने डॉक्टर बचेगा कि मरेगा। उन्हों का मतलब होंदा भी जे मर गया तो फिर एक दिन मड़ियां च भी जाना पऊगा, फिर फुल भी चुकाने पैणगे। तो जे किते इन्होंने कहता भी हरिद्वार नाल जाना है फिर तो बिल्कुल ही पिट स्यापा हो जाए, काम छड्डना पेगा। दुनिया इत्थे पहुंच गई है, इन्नी तरक्की हो चुकी है। तो मेरे बजुर्ग माता जी कहते होंदे सी, पुत्र एक चोरां दा परिवार सी ते उस परिवार दा बच्चा जदों वड्डा होया ते हुण उन्हां दा जद्दी पुश्ती काम सी, जिहड़ा फैमिली जिहड़ा उन्हां दा प्रोफैशन सीगा, उन्होंने उहदे च ही जाना सी। जो सारे वड्डे चोर सी ते छोटे ने भी चोर ही बनना सी। ते जिदन वो पहले दिन चोरी करन तुरन लगा, उन्होंने फंक्शन किया ते बाहर मंजी ते दादी माँ बैठी सी। उन्हें क्या काका मेरी भी एक बुढ़ी माँ दी सुन लो ना, काका चोरी ना करी। मैं तेरे पड़दादे नूं भी वेखिया कुट खांदिया, दादे नूं भी वेखिया, तेरे प्यो दियां भी लत्तां बावां टुटियां वेखियां ने, ये रस्ता ठीक नहीं हैगा। हुण वो भी चोरां दा पुत पोतरा सी। कहंदा बेबे जे तेरे तो वड्डे नहीं रुके तो मैनूं क्यों रोकदी है। उन्होंने भी ये लगता सी भी सारा दिन सुते रहो, शाम नूं 2 घंटे रात नूं जाओ तो माल चुक लियाओ। कहंदा नहीं दादी मैं तो जावांगा। फिर दादी ने एक गल बड़ी कमाल दी कही, कहन लगी पुत्र एक सबक सीख लै। फिर कहंदी की? अगों बच्चा कहंदा भी की? कहंदा पुत्र सारी उम्र चोरी करके रोटी खावी, पर एक गल का ध्यान रखी भी सतसंग विच नहीं जाना। जिन्हों संगत तुसीं कहने हो ना, सानू पता ही नहीं इहदा पुण्य फल की है, इहदा महात्म की है। इत्थे किसी नूं भी कहो भी भाई जी कथा सुनो, कहदा असीं वेले थोड़ा। तुहानूं बंदा पूछे भी आ जिहड़े सामने बैठे ने मेरे सारे वेले ही ने, इन्हां दा कोई अग्गा पिछा नहीं हैगा, कोई इन्हां नूं काम धंधा नहीं हैगा, ये सारे बेरोजगार ही ने। कईयां नूं ये भी भुलेखा है भी शायद गुरुद्वारे जाना वेलड़ां दा काम है। उस दादी मां ने अपने पोतरे नूं कहा भी पुत्र जे सारी उम्र चोरी करके रोटी खानी है तो सतसंग दे नेड़े नहीं जाना। हुण बच्चा भी चोरां दा पुत पोतरा सी। कहन लगा बेबे ये तो ठीक है भी सतसंग च नहीं जाना, पर कोई ऐसा घर जिथे माल बहुता होवे ते उस घर विच अगर
ਸੇਫ ਜਾਣਾ ਹੋਵੇ, ਸੁਰੱਖਿਅਤ ਜਾਣਾ ਹੋਵੇ ਤੇ ਸੌਖਾ ਮਾਲ ਕੱਢ ਕੇ ਲਿਆਉਣਾ ਹੋਵੇ ਤੇ ਉਹ ਰਸਤਾ ਉਹੀ ਹੋਵੇ ਵੀ ਜਿੱਥੇ ਭੀੜ ਹੋਵੇ, ਸਾਸੰਗ ਹੋਵੇ, ਉਹਦੇ ਵਿੱਚੋਂ ਦੀ ਲੰਘ ਜਾਓ ਤੇ ਉਹਦੇ ਵਿੱਚੋਂ ਦੀ ਮਾਲ ਲੈ ਕੇ ਬਾਹਰ ਲੰਘ ਜਾਓ। ਕਿਹੜਾ ਕਿਸੇ ਨੇ ਵੇਖਣਾ ਹੈ? ਤੇ ਦਾਦੀ ਮਾਂ ਨੇ ਫਿਰ ਇੱਕ ਗੱਲ ਕਹੀ, ਕਹਿਣ ਲੱਗੀ ਪੁੱਤਰ ਚਲਾ ਜਾਈ, ਪਰ ਫਿਰ ਵੀ ਮੇਰੀ ਇੱਕ ਸਿੱਖਿਆ ਹੈ। ਕਹਿੰਦੀ ਕੀ? ਉਹ ਕਹਿੰਦਾ ਵੀ ਕੀ? ਤੋ ਦਾਦੀ ਮਾਂ ਕਹਿੰਦੀ ਵੀ ਕੰਨਾਂ ਵਿੱਚ ਉਂਗਲੀਆਂ ਦੇ ਲਈ, ਸੁਣਨਾ ਕੁਛ ਨਹੀਂ ਹੈ। ਆਪਾਂ ਜਿੰਨੇ ਬੰਦੇ ਗੁਰਦੁਆਰੇ ਆਉਂਦੇ ਆ, ਜੇ ਆਪਾਂ ਸੁਣਦੇ ਹੋਈਏ ਨਾ, ਥੋੜਾ ਬਹੁਤਾ ਤੇ ਫਰਕ ਪਵੇ, ਆਪਾਂ ਸੁਣਦੇ ਹੀ ਨਹੀਂ। ਆਪਾਂ ਆਪਣੇ ਮੋਬਾਈਲ ਤੇ ਹੀ ਆਉਂਦੇ ਆ, ਆਪਣੇ ਮੋਬਾਈਲ ਤੇ ਹੀ ਚਲੇ ਜਾਂਦੇ ਆ। ਕਈਆਂ ਨੇ ਤੇ ਗੁਰਦੁਆਰੇ ਵੀ ਹੈੱਡਫੋਨ ਲਾਏ ਹੁੰਦੇ ਨੇ, ਬਲੂਟੂਥ ਨਾਲ ਅਗਲਾ ਰਹਿੰਦਾ ਖੁੰਦਾ ਵੀ ਕੰਮ ਜਿਹੜਾ ਸੀ ਉਹ ਮੁੱਕ ਗਿਆ। ਅੱਗੇ ਲੀਡ ਹੁੰਦੀ ਸੀ, ਫਿਰ ਬੰਦਾ ਫੜਿਆ ਜਾਂਦਾ ਸੀ। ਕਹਿਣ ਲੱਗਾ ਬੇਬੇ ਠੀਕ ਹੈ, ਪਰ ਹੋਇਆ ਕੀ? ਇੱਕ ਦਿਨ ਸਤਸੰਗ ਹੋ ਰਿਹਾ ਸੀ ਤੇ ਬੱਚਾ ਉਸ ਵਿੱਚੋਂ ਲੰਘ ਕੇ ਜਦੋਂ ਚੋਰੀ ਕਰਨ ਜਾ ਰਿਹਾ ਹੈ ਤੇ ਉੱਥੇ ਪ੍ਰਵਚਨ ਹੋ ਰਹੇ ਸਨ ਕਿ ਚੋਰ ਦੀਆਂ ਰੱਬ ਦੀ ਦਰਗਾਹ ਵਿੱਚ ਬਾਹਾਂ ਵੱਢ ਦਿੱਤੀਆਂ ਜਾਂਦੀਆਂ ਨੇ, ਉਹਦੇ ਹੱਥ ਕੱਟ ਦਿੱਤੇ ਜਾਂਦੇ ਨੇ, ਦੋਨੋਂ ਹੱਥ। ਡਰ ਗਿਆ, ਵਾਪਸ ਮੁੜ ਆਇਆ। ਅੱਜ ਖਾਲੀ ਹੱਥ ਸੀ ਤੇ ਉਹ ਬੇਬੇ ਬੈਠੀ ਸੀ ਬਾਹਰ ਮੰਜੀ ਤੇ, ਕਿਉਂਕਿ ਜਿੰਨਾ ਸਮਾਨ ਘਰ 'ਚ ਆਊਟ ਆਫ ਆਰਡਰ ਹੋਈ ਜਾਂਦਾ ਨਾ, ਉਹ ਸਾਰਾ ਬਾਹਰ ਤੁਰਿਆ ਹੁੰਦਾ। ਵੇਖਿਆ ਨਾ ਤੁਸੀਂ, ਕਈ ਗੱਡੀਆਂ ਖੜੀਆਂ ਹੁੰਦੀਆਂ ਨੇ, ਮੋਟਰਸਾਈਕਲ ਖੜੇ ਹੁੰਦੇ ਨੇ, ਉਹਨਾਂ ਵਿੱਚ ਇੱਕ ਬਾਪੂ ਦੀ ਮੰਜੀ ਵੀ ਹੁੰਦੀ ਹੈ। ਇਹ ਸਾਰੇ ਆਊਟ ਆਫ ਆਰਡਰ ਹੀ ਹੁੰਦੇ ਨੇ। ਉੱਥੇ ਬਾਹਰ ਬੇਬੇ ਵੀ ਪਈ ਸੀ। ਉਹਨੇ ਕਿਹਾ ਵੀ ਕਾਕਾ ਬੜੀ ਛੇਤੀ ਮੁੜ ਆਇਆ, ਕੀ ਹੋਇਆ? ਕੋਈ ਘਰ ਵੱਜਾ ਨਹੀਂ, ਕੋਈ ਸਮਾਨ ਟੱਕਰਿਆ ਨਹੀਂ? ਕਹਿੰਦਾ ਬੇਬੇ ਅੱਜ ਮੈਂ ਜਦੋਂ ਜਾ ਰਿਹਾ ਸੀ ਤੇ ਮੇਰੇ ਕੰਨਾਂ 'ਚ ਸਤਸੰਗ ਦੀ ਆਵਾਜ਼ ਪਈ ਹੈ ਕਿ ਜਿਹੜਾ ਚੋਰੀ ਕਰਦਾ ਉਹਦੇ ਹੱਥ ਕੱਟੇ ਜਾਂਦੇ ਨੇ। ਤੇ ਕਹਿੰਦੀ ਮੈਂ ਤੈਨੂੰ ਪਹਿਲੇ ਦਿਨ ਰੋਕਿਆ ਸੀ, ਮੈਂ ਤੈਨੂੰ ਪਹਿਲੇ ਦਿਨ ਕਿਹਾ ਸੀ ਕਿ ਚੋਰੀ ਠੀਕ ਨਹੀਂ, ਤੂੰ ਕਹਿ ਜੀ ਮੈਂ ਤੇ ਕਰਨੀ ਹੈ। ਤੇ ਦੂਜੀ ਗੱਲ ਮੈਂ ਤੈਨੂੰ ਕਹੀ ਸੀ ਵੀ ਪੁੱਤਰ ਜੇ ਚੋਰੀ ਕਰਕੇ ਹੀ ਰੋਟੀ ਖਾਣੀ ਹੈ ਤੇ ਫਿਰ ਸਤਸੰਗ 'ਚ ਨਹੀਂ ਜਾਣਾ, ਤੇ ਤੂੰ ਉਹੀ ਗਲਤੀ ਕੀਤੀ। ਮੈਂ ਫਿਰ ਬੇਨਤੀ ਕਰਾਂ, ਜੇ ਇਸ ਸੰਗਤ ਵਿੱਚ ਆਓਗੇ, ਵੇਖੋ ਮੈਂ ਕੋਈ ਬਹੁਤੀ ਵੱਡੀ ਗੱਲ ਤਾਂ ਨਹੀਂ ਕਹਿ ਸਕਦਾ, ਪਰ ਛੋਟਾ ਜਿਹਾ ਇੱਕ ਦਾਅਵਾ ਮੈਂ ਕਰ ਸਕਦਾ ਕਿ ਇੱਕ ਨਾ ਇੱਕ ਦਿਨ ਇੱਥੇ ਆਉਣ ਵਾਲੇ ਸ਼ਰਾਬੀ ਦੀ ਸ਼ਰਾਬ ਛੁੱਟ ਜਾਏਗੀ, ਫੈਸ਼ਨ ਵਾਲੇ ਦੇ ਫੈਸ਼ਨ ਛੁੱਟ ਜਾਣਗੇ, ਜਿਹੜਾ ਵਾਲ ਕੱਟਦਾ ਹੈ ਉਹ ਵਾਲ ਕੱਟਣੇ ਬੰਦ ਕਰ ਦੇਗਾ। ਕਿਉਂਕਿ ਰੰਗ ਲਾਗਤ 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 ਹੈ, ਇੱਕ ਦਿਨ 'ਚ ਕੁਛ ਨਹੀਂ ਹੁੰਦਾ। ਉਹ ਜਿਹੜਾ ਹੁੰਦਾ ਨਾ ਇੱਕ ਦਿਨ 'ਚ, ਉਹ ਮਦਾਰੀ ਵਾਲਾ ਕੰਮ ਹੀ ਹੁੰਦਾ ਹੈ ਕਿ ਉਹ ਫੂਕ ਮਾਰ ਬਈ ਤਾਂ ਮਦਾਰੀ ਨੇ ਇੱਦਾਂ ਇੱਦਾਂ ਕੀਤਾ ਤੇ ਜੋ ਕਹੋ ਜੀ ਬਣਾ ਦਿੱਤਾ। ਅੱਜ ਅਸੀਂ ਤੁਰੇ ਵੈਸੇ ਇਸੇ ਪਾਸੇ ਪਏ ਹਾਂ। ਫਾਸਟ ਫੂਡ ਸਾਨੂੰ ਬੜਾ ਅੱਛਾ ਲੱਗਦਾ ਹੈ, ਕੋਈ ਇੱਕ ਸਰਵਿਸ ਬੜੀ ਅੱਛੀ ਲੱਗਦੀ ਹੈ। ਹੁਣ ਤਾਂ ਤੁਸੀਂ ਵੇਖਿਆ ਵੀ ਜਿਹੜੇ ਕੁਐਸਚਨ ਨੇ ਉਹ ਵੀ ਆਬਜੈਕਟ ਟਾਈਪ ਆਉਂਦੇ ਨੇ, ਕਿਉਂਕਿ ਅਸੀਂ ਉਸ ਯੁੱਗ ਵਿੱਚ ਚਲੇ ਗਏ ਹਾਂ। ਪਰ ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਭ੍ਰਮ ਭਾਗਤ 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 ਹੈ। ਕੁਰਖੰਡ ਦੇ ਲੋਕ ਕਹਿੰਦੇ ਸੀ ਬੰਦਾ ਮਰੇ ਤੇ ਰੱਬ ਨੂੰ ਜਾ ਕੇ ਮਿਲਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਾ, ਰੱਬ ਨੂੰ ਮਿਲਣਾ ਬਹੁਤ ਔਖਾ ਹੈ। ਰੱਬ ਨੂੰ ਮਿਲਣ ਦੇ ਦੋ ਹੀ ਤਰੀਕੇ ਨੇ, ਬਿਨ ਸਤ ਸੰਗਤ ਭਗਤ ਤੇ ਜਾਨ ਉਪਾਵ ਨ ਆਣ, ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ
ਕੇਵਲ ਨਾਮ। ਬਾਕੀ ਜੋ ਮਰਜ਼ੀ ਕਰੋ ਤੁਸੀਂ, ਪਰ ਅਗਰ ਰੋਜ਼ ਪਾਠ ਕਰੋਗੇ, ਰੋਜ਼ ਸੰਗਤ ਕਰੋਗੇ, 1 ਨੰਬਰ ਦਾ ਸ਼ਰਾਬੀ ਵੀ ਸ਼ਰਾਬ ਛੱਡ ਜਾਏਗਾ, 1 ਨੰਬਰ ਦਾ ਚੋਰ ਚੋਰੀ ਛੱਡ ਜਾਏਗਾ, 1 ਨੰਬਰ ਦਾ ਬੰਦਾ ਬੇਈਮਾਨ ਇਮਾਨਦਾਰ ਬਣ ਜਾਏਗਾ। ਇਹ ਸੰਗਤ ਦਾ ਪ੍ਰਭਾਵ ਹੈ, ਇਹ ਸੰਗਤ ਦਾ ਪੁੰਨ ਫਲ ਹੈ। ਜਿੱਥੇ ਤੁਸੀਂ ਆਏ ਹੋ, ਇੱਥੇ ਰੋਜ਼ ਸ਼ਾਮ ਨੂੰ ਪਾਠ ਕੀਤਾ ਜਾਂਦਾ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤੁਸੀਂ ਕਹੋਗੇ ਜੀ ਅਸੀਂ ਤਾਂ ਰੋਜ਼ ਆਉਂਦੇ ਆ, ਤੁਸੀਂ ਰੋਜ਼ ਸੰਗਤ ਕਰਨ ਨਹੀਂ ਆਉਂਦੇ, ਤੁਸੀਂ 2-4 ਫਰੈਂਡ ਲੈ ਕੇ ਆਊਟਿੰਗ ਕਰਨ ਆਉਂਦੇ ਹੋ। ਜਿੱਦਣ ਇਕੱਲੇ ਆਓਗੇ, ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ। ਜਦੋਂ ਤੁਸੀਂ ਪੜ੍ਹਨਾ ਹੁੰਦਾ ਹੈ ਨਾ, ਉਦੋਂ ਤੁਸੀਂ 5 ਬੰਦਿਆਂ ਨੂੰ ਨਾਲ ਲੈ ਕੇ ਨਹੀਂ ਆਉਂਦੇ। ਹਾਂ, ਜਿੱਦਣ ਮੈਸ ਵਿੱਚ ਬਹਿ ਕੇ ਕੁਝ ਖਾਣਾ ਪੀਣਾ ਹੋਵੇ, ਉਦੋਂ ਤੁਸੀਂ ਕਹਿੰਦੇ ਮੈਂ ਇਕੱਲਾ ਉੱਥੇ ਕੀ ਕੌਫੀ ਪੀਆਂਗਾ, ਉੱਥੇ ਇਕੱਲਾ ਬਹਿ ਕੇ ਮੈਂ ਕੀ ਬਰਗਰ ਖਾਵਾਂਗਾ, ਕਿਉਂਕਿ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਯਾਰਾਂ ਤੋਂ ਬਿਨਾਂ ਮੇਲਾ ਥੋੜਾ ਹੁੰਦਾ ਕੋਈ। ਇਕੱਲੇ ਬੰਦੇ ਦੀ ਕਾਹਦੀ ਖੁਸ਼ੀ ਹੁੰਦੀ ਹੈ? ਘੁੰਮਣਾ ਫਿਰਨਾ ਹੈ ਤੇ ਯਾਰ ਇਕੱਠੇ ਕਰ ਲਓ। ਤੇ ਜੇ ਕਿਤੇ ਰੱਬ ਦੀ ਭਗਤੀ ਕਰਨੀ ਹੈ ਤੇ ਸਾਰਿਆਂ ਨੂੰ ਛੱਡ ਦਿਓ। ਕਿਸ ਦਿਨ ਇਕੱਲੇ ਆ ਕੇ ਇੱਥੇ ਬਹਿ ਕੇ ਵੇਖਿਓ ਜੇ, ਕਈ ਸਾਲਾਂ ਦਾ ਜਿਹੜਾ ਤੁਹਾਡਾ ਵਹਿਮ ਹੈ ਉਹ ਮੁੱਕ ਜਾਏਗਾ। ਮੈਂ ਤੇ ਇੱਥੋਂ ਤੱਕ ਵੀ ਬੇਨਤੀ ਕਰਦਾ ਵੀ ਜਦੋਂ ਗੁਰਦੁਆਰਿਓਂ ਬਾਹਰ ਨਿਕਲਦੇ ਹੋ, ਕੁਛ ਨਾ ਕਰੋ, ਆਪਣੇ ਘਰ ਤੱਕ ਗੱਲ ਨਹੀਂ ਕਰਨੀ, ਨਾ ਟੈਲੀਫੋਨ ਚੁੱਕਣਾ ਹੈ, ਕੁਛ ਨਹੀਂ ਬੋਲਣਾ। ਇਹ ਜਿਹੜੀ ਇੱਥੇ ਕਥਾ ਸੁਣੀ, ਇੱਥੇ ਕੀਰਤਨ ਸੁਣਿਆ, ਇਹਦਾ ਅਸਰ ਤੁਹਾਡੇ ਘਰ ਤੱਕ ਰਹੇਗਾ। ਉਹ ਗੱਲਾਂ ਬਾਰ-ਬਾਰ ਤੁਹਾਡੇ ਦਿਮਾਗ ਦੇ ਵਿੱਚ ਘੁੰਮਣਗੀਆਂ। ਤੁਸੀਂ ਅਵਸਥਾ ਵੇਖ ਲਿਓ ਤੁਹਾਡੀ ਕੀ ਬਣਦੀ ਹੈ। ਵੇਖੋ, ਸੁਣੇ ਦਾ, ਖਾਧੇ ਦਾ ਅਸਰ ਜਿਹੜਾ ਹੈ, ਮਤਲਬ ਤੁਸੀਂ ਕਹਿਣਾ ਪਤਾ ਨਹੀਂ ਗਿਆਨੀ ਜੀ ਕਿਹੜੀ ਗੱਲ ਸੁਣਾਉਣ ਲੱਗ ਗਏ। ਮੈਂ ਬੰਦਿਆਂ ਨੂੰ ਸ਼ਰਾਬ ਪੀਂਦੇ ਵੇਖਿਆ। ਸਾਡੇ ਪਿੰਡਾਂ 'ਚ ਨਾ ਇਹ ਵੀ ਇੱਕ ਭਾਜੀ ਹੈ, ਸ਼ਰੀਕੇ ਦੀ ਰੋਟੀ ਜਿਹੜੀ ਹੈ, ਉਹ ਜੀ ਅਸੀਂ ਤੁਹਾਨੂੰ ਪਿਆਈ ਸੀ, ਤੁਸੀਂ ਸਾਨੂੰ ਪਿਆਉਣੀ ਹੈ ਜੀ। ਉਹ ਫਿਰ ਬੰਦੇ ਕੀ ਕਰਦੇ ਹੁੰਦੇ ਸੀ, ਮਗਰ ਇੱਕ ਬੰਦਾ ਬਿਠਾ ਲੈਣਾ, ਅੱਗੇ ਸ਼ਰਾਬ ਪਵਾਈ ਜਾਣੀ ਗਲਾਸ ਵਿੱਚ, ਪਿੱਛੇ ਕਰੀ ਜਾਣੀ। ਤਾਂ ਕਈ ਕਮਲੇ ਸ਼ਰਾਬੀ ਹੋ ਜਾਂਦੇ ਸੀ, ਕਈ ਸ਼ੈਤਾਨ ਹੁੰਦੇ ਸੀ, ਉਹ ਠੀਕ ਠਾਕ ਰਹਿੰਦੇ ਸੀ। ਇਸੇ ਤਰ੍ਹਾਂ ਖਾਣ ਦਾ ਤਰੀਕਾ ਵੀ ਹੈ। ਤੁਸੀਂ ਯਕੀਨ ਕਰਨਾ, ਮੈਂ ਖੁਦ ਇਹ ਗੱਲ ਵੇਖੀ ਹੈ ਕਿ ਲੋਕ ਖਾ ਲੈਣਗੇ ਨਾ, ਜਦੋਂ ਬਹੁਤ ਚੰਗਾ ਖਾਣਾ ਹੋਵੇ ਤੇ ਜਾ ਕੇ ਬਾਥਰੂਮ ਦੇ ਵਿੱਚ ਨਾ ਅਗਰ ਸੰਗ ਚੁੰਗਲ ਮਾਰਨ ਦੇ, ਮੈਂ ਕਿਹਾ ਨਾਲ ਕੀ ਹੈ, ਕਹਿੰਦੇ ਹੁਣੇ ਉਲਟੀ ਆਏਗੀ, ਪੇਟ ਫਿਰ ਖਾਲੀ ਹੋ ਜਾਏਗਾ। ਮਤਲਬ ਖਾਣ ਲਈ ਮਰਨ ਤੱਕ ਜਾਂਦੇ ਨੇ ਲੋਕ, ਖਾਣ ਵਾਸਤੇ ਮਰਨ ਤੱਕ। ਇੰਨਾ ਲਾਲਚ ਹੈ ਬੰਦੇ ਨੂੰ ਖਾਣ ਦਾ ਕਿ ਆਪਣੇ ਹੱਥ ਦੀ ਉਂਗਲੀ ਨਾਲ ਉਹ ਉਲਟੀ ਕਰਨ ਲਈ ਤਿਆਰ ਹੈ। ਤੇ ਗੱਲ ਤੇ ਠੀਕ ਹੈ, ਤੇ ਪੇਟ ਹੀ ਹੈ ਨਾ, ਖਾਲੀ ਹੋ ਗਿਆ ਤੇ ਫਿਰ ਹੋਰ ਲਿਆਓ। ਭਾਈ ਸਤ ਸੰਗਤ ਵਿੱਚ ਆਓ, ਬਾਣੀ ਪੜ੍ਹੋ, ਬੁਰੇ ਤੋਂ ਬੁਰੇ ਬੰਦੇ ਦੀ ਬੁਰਾਈ ਵੀ ਛੁੱਟ ਜਾਏਗੀ। ਪਰ ਸੰਗਤ ਕਰਨੀ ਪਵੇਗੀ। ਤੇ ਕਰਨੀ ਕਿਵੇਂ ਹੈ? ਇਹਦਾ ਇੱਕ ਤਰੀਕਾ ਹੈ, ਭਗਤੀ ਲਿਖਣੀ ਤੇ ਲਿਖ ਲਓ। ਉਹ ਭਗਤੀ ਹੈ ਕਿ ਇਵੇਂ ਤੁਸੀਂ ਆ ਕੇ ਸੰਗਤ ਵਿੱਚ ਮਿਲਣਾ ਹੈ। ਸਾਧ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਕਦੇ ਸ਼ਹਿਦ ਦਾ ਛੱਤਾ ਵੇਖਿਆ ਜਿੱਥੇ ਮਧੂ ਮੱਖੀਆਂ ਬੈਠੀਆਂ ਹੁੰਦੀਆਂ ਨੇ? ਬਸ ਉਹਨਾਂ ਤੋਂ ਸਿੱਖ ਲੈਣਾ। ਉਹਨੂੰ ਬੜੀਆਂ ਨੇੜੇ ਨੇੜੇ ਹੋ ਕੇ ਬੈਠੀਆਂ ਹੁੰਦੀਆਂ ਨੇ, ਬਦਹੋਸ਼ ਹੋ ਕੇ ਬੈਠੀਆਂ ਹੁੰਦੀਆਂ ਨੇ। ਉਹਨਾਂ ਨੂੰ ਜਿਹੜੇ ਸ਼ਹਿਦ ਉਤਾਰਦੇ ਨੇ, ਹੁਣ ਤਾਂ ਵੀਡੀਓ ਆਉਂਦੀਆਂ ਨੇ, ਤੁਸੀਂ ਵੇਖ ਲਿਓ ਕਿਤੇ, ਹੱਥ ਨਾਲ ਉਤਾਰਨ ਲੱਗਿਆਂ ਵੀ ਮਿਹਨਤ ਕਰਨੀ ਪੈਂਦੀ ਹੈ।
नहीं तो थले अग बाल के धुएं नाल उन्होंने भजाउणा पैंदा है। ते इत्थे तो लोड़ ही कोई नहीं, घंटी वजदी है फोन की, बंदा बाहर। सवाल यह है कि कोई तुहानू हथ नाल भी बाहर कढ़ना चाहे कि चलो भाई साहब बाहर चलीए, तो आपां नूं कहिए भी नहीं, मैं कथा सुननी है, तुसी जाओ, मैं आपे आ जाऊंगा। अगर तुसी शहद दीयां मक्खियां तो सीख लो कि संगत दे विच आके किवें मिलना है, उस तो बाद तुहानू इहदा रस आउणा शुरू हो जाएगा। मधु मक्खियां ने एक एक फुल तो रस चूसिया है, पर तुसी की सोचदे भी उत्ते उड़ के ही चूस लिया है, उड़दा भौरा है, उहदे कोले कुछ नहीं हैगा, पर फुल दे उत्ते जाके बहंदी है मधु मक्खी, घंटियां बंदी बहंदी है, एक छोटा जिहा डंग उहदे विचों शहद दा कढ के लियाउंदी है, ते फिर लिया के छत्ता भरदी है। हाँ जी। प्रेम भगत कर कीरत गावन, अजपा जाप नाम लिव लावन। प्रेम दे नाल भगती करनी, परमात्मा दी कीर्ति दा गायन करना, अजपा जाप दिन रात उठदियां बहंदियां उस परमेश्वर नूं सिमरना ते उहदे नाल अपनी सुरत नूं जोड़ना, अपनी लिव नूं लाउणा। हाँ जी। बिछरन मिलन अपर को नाही, सर्ब बात इस तन में माही। विछड़ना ते मिलना, सतगुरु कहंदे ये ते तन दे अंदर है। इस शरीर दे विच तुसी रब तो विछड़ भी सकते हो, रब नूं मिल भी सकते हो। हाँ जी। जब सत संगत भयो निवासा, मन रोकण कीनो अभ्यासा। जदों सत संगत दे विच तुहाडा निवास हो जाएगा तो एक कोशिश करियो, फिर मन नूं रोकण दा अभ्यास करियो। हुण तुसीं कहो जी मैं संगत करन लग गया, मैनूं कीर्तन भी चंगा लगदा है, मैनूं कथा भी चंगी लगदी है, मैनूं पाठ भी चंगा लगदा है, और मैं वेखिया ताबिया बैठे ना कई बारी जदों हुक्मनामा होना हुंदा है जां जदों अरदास हुंदी है तो गेट दे अगे संगली लगदी है। मैं भैणां तो लैके वीरां तो लैके बजुर्गां तक मैं दौड़ लाउंदे वेखे ने बंदे। उन्हां दा मतलब हुंदा है जिवें नहीं हुंदा भी कहंदे फाटक बंद होण लग्या गड्डी छेती कढ लो, उन्हां नूं भी यही हुंदा है कि संगली लग जानी किते बाहर ना खलोते रह जाइए असीं। जदों इदां दी अवस्था बन जाए, शाम नूं पाठ हुंदा है, तुसीं नोट करियो, टीवी ते घर बैठ के वेखियो, वो बंदे तुहानूं रोज़ इत्थे मिलणगे। ते पाठ ते भाई किसी वेले 5:45 बजे शुरू हुंदा है, किसी वेले 6 बजे शुरू हुंदा है, अजकल 6:15 हुंदा है, 8 दिनां बाद 6:30 होएगा, फिर थोड़े दिनों बाद 6:45 होवेगा, फिर 7 होवेगा। सवे घंटे का फर्क पैंदा है गर्मी सर्दी च, पर फिर भी इत्थे बैठे मिलणगे तुहानूं। जदों इदां दी अवस्था बढ़ जाए, कीर्तन सुनना है, कथा सुननी है, पाठ सुनना है, फिर की करना है? ये आखिरी नहीं है। इत्थे आके अगला काम की करना है? अगला काम है फिर हुण तुसीं अपने मन नूं रोकना है। मन की करदा है? मन लोचै बुराइयां। मन ते जिन्हों वेखदा कहंदा भी इनू ही प्राप्त कर लै। तुसीं नोट करियो, आ मेरे कोल पेन है, हुण सानूं आदत है, ज्ञानी जी पेन बड़ा सोहना है। अच्छा चलो कई तो मेरे वर्गे कंजूस जे होंदे, लालची जे, हाँ जी हाँ जी हाँ जी हाँ जी, वो नहीं कढ़दे। कई बंदे बड़े सखी होंदे ने, लो वीर जी जे तुहानूं पसंद है तुसीं ला लो। तो कई अगले भी बड़े लालची होंदे ने, वो भी कहते हैं धन भाग भी लियाओ। तो कई इदां दे भी होंदे ने, कहते नहीं वीर जी मैं लैण वास्ते नहीं किया, मैनूं अच्छा लगा तुहाडी पॉकेट ते लगा होया। हुण मन नूं किवें रोकना है? किसी के कपड़े पाए वेखे ये मैनूं चाहीदे ने, किसी की गड्डी वेखी ये मैनूं चाहीदी है।
ਕਿਸੇ ਦੇ ਜੁੱਤੀਆਂ ਪਾਈਆਂ ਵੇਖੀਆਂ, ਉਹ ਕਹਿੰਦਾ ਜੁੱਤੀਆਂ ਵੀ ਚਾਹੀਦੀਆਂ ਨੇ। ਹੁਣ ਉਹਨੂੰ ਵੀ ਪਤਾ ਹੋਣਾ ਜਦੋਂ ਜੁੱਤੀਆਂ ਫਰੀ ਨਹੀਂ ਪੈਂਦੀਆਂ, ਇਹਦੇ ਲਈ ਪੈਸੇ ਲੱਗਦੇ ਨੇ। ਇਹਨੂੰ ਮਨ ਨੂੰ ਰੋਕਣਾ ਹੈ। ਦੁਨੀਆ ਦੇ ਮਗਰ ਨਾ ਜਾਓ। ਤੁਸੀਂ ਆਪਣੀ ਚਾਦਰ ਵਿੱਚ ਪੈਰ ਰੱਖਣੇ ਨੇ। ਚਾਦਰ ਤੋਂ ਵੱਧ ਪੈਰ ਪਸਾਰੋਗੇ, ਚਾਦਰ ਵੀ ਫਟ ਜਾਏਗੀ ਤੇ ਪੈਰ ਵੀ ਨੰਗੇ ਹੋ ਜਾਣਗੇ। ਇੱਕ ਬੜਾ ਵਧੀਆ ਮੁਹਾਵਰਾ ਹੈ, ਕਿ ਚਾਦਰ ਤੋਂ ਜ਼ਿਆਦਾ ਪੈਰ ਨਹੀਂ ਪਸਾਰਨੇ ਚਾਹੀਦੇ। ਜਿੱਥੇ ਤੁਹਾਨੂੰ ਰੱਬ ਨੇ ਰੱਖਿਆ ਸੋ ਖੁਸ਼ ਹੋਵੋ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਤੇ ਪਿੰਡ 'ਚ ਕੋਈ ਵਿਆਹ ਵਾਲੀ ਕਾਰ ਆਉਂਦੀ ਸੀ ਨਾ, ਹੁਣ ਤੇ ਲੋਕ ਫੋਟੋ ਖਿਚਾਉਂਦੇ ਨੇ, ਕੋਈ ਚੀਜ਼ ਚੰਗੀ ਹੋਵੇ ਤੇ ਉਹ ਕਹਿੰਦੇ ਜੀ ਇਹ ਸਾਡੀ ਮੈਮਰੀ ਵਾਸਤੇ ਹੈ। ਜਦੋਂ ਅਸੀਂ ਨਿੱਕੇ ਸੀ ਉਦੋਂ ਫੋਟੋ ਨਹੀਂ ਸੀ ਹੁੰਦੀ, ਤੇ ਕਾਰ ਦੇ ਨਾਲ ਆਲੇ ਦੁਆਲੇ ਘੁੰਮੀ ਜਾਣਾ, ਨਾਲੇ ਉਹਨੂੰ ਹੱਥ ਲਾਈ ਜਾਣਾ, ਬੜੀ ਖੁਸ਼ੀ ਹੁੰਦੀ ਸੀ। ਅਗਲੇ ਦਿਨ ਸਕੂਲ ਜਾਣਾ। ਜਮਾਤ ਦੇ ਅੱਧੇ ਨਿਆਣਿਆਂ ਨੂੰ ਉੱਥੇ ਬਹਿਣ ਨਹੀਂ ਸੀ ਦੇਈਦਾ ਹੁੰਦਾ। ਉਹ ਜਿਹੜੀ ਕੱਲ ਵਿਆਹ ਵਾਲੀ ਕਾਰ ਆਈ ਸੀ, ਤੂੰ ਹੱਥ ਲਾਇਆ ਸੀ? ਕਹਿੰਦਾ ਨਹੀਂ, ਉਹ ਮੈਂ ਤੇ ਹੱਥ ਲਾਇਆ ਸੀ ਬਈ। ਇਦਾਂ ਦੀ ਖੁਸ਼ੀ ਪੈਦਾ ਕਰ ਲਓ। ਕਿਸੇ ਦੀ ਕਾਰ ਨੂੰ ਹੱਥ ਲਾ ਕੇ ਟਾਈਮ ਪਾਸ ਕਰ ਲਓ, ਤਾਂ ਕੀ ਫਰਕ ਪੈਂਦਾ? ਕਿਸੇ ਦੇ ਭਾਗਾਂ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ। ਮਨ ਨੂੰ ਰੋਕਣਾ ਹੈ। ਮਨ ਨੇ ਤੁਹਾਨੂੰ ਭਜਾਉਣਾ ਹੈ। ਮਨ ਨੇ ਤੁਹਾਨੂੰ ਤੁਹਾਡੀਆਂ ਦੌੜਾਂ ਲਵਾਉਣੀਆਂ ਨੇ। ਮਨ ਨੇ ਤੁਹਾਨੂੰ ਵਿਸ਼ੇ ਵਿਕਾਰਾਂ ਵਿੱਚ ਲੈ ਕੇ ਜਾਣਾ ਹੈ, ਰੰਗ ਤਮਾਸ਼ਿਆਂ ਵਿੱਚ ਲੈ ਕੇ ਜਾਣਾ ਹੈ। ਮਨ ਨੂੰ ਸਮਝਾਉਣਾ ਹੈ ਕਿ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਇਹ ਨਹੀਂ ਕਿ ਮੈਂ ਪਾਠ ਕਰ ਲਿਆ ਜੀ, ਮੈਂ ਅਰਦਾਸ ਕਰ ਲਈ ਜੀ, ਮੈਂ ਕਥਾ ਸੁਣ ਲਈ ਜੀ, ਮੈਂ ਕੀਰਤਨ ਸੁਣ ਲਿਆ ਜੀ। ਨਹੀਂ, ਫਿਰ ਰੀਸ ਨਹੀਂ ਕਰਨੀ ਕਿਸੇ ਦੀ, ਸਗੋਂ ਆਪਣੇ ਮਨ ਨੂੰ ਰੋਕਣਾ ਹੈ। ਜਬ ਸਤ ਸੰਗਤ ਭਇਓ ਨਿਵਾਸਾ, ਮਨ ਰੋਕਣ ਕੀਨੋ ਅਭਿਆਸ। ਇਹ ਕੀ ਹੈ? ਕੱਲੀ ਕੋਸ਼ਿਸ਼ ਨਹੀਂ ਕਰਨੀ, ਇਹਦੀ ਪ੍ਰੈਕਟਿਸ ਕਰਨੀ ਹੈ, ਅਭਿਆਸ, ਇਹਦੀ ਐਕਸਰਸਾਈਜ਼ ਕਰਨੀ ਹੈ। ਵੇਖੋ ਕੈਸੇ ਪਿਆਰੇ ਪਿਆਰੇ ਸ਼ਬਦ ਨੇ। ਮਨ ਨੂੰ ਰੋਕਣਾ ਨਹੀਂ। ਰੋਕਣ ਦਾ ਕੀ ਹੈ? ਮੈਂ ਇਹਨਾਂ ਨੂੰ ਫੜ ਲੈਣਾ, ਰੁਕ ਗਏ, ਪਰ ਜਦੋਂ ਛੱਡਾਂਗਾ ਫਿਰ ਭੱਜ ਜਾਣਗੇ। ਨਹੀਂ, ਰੋਕਣਾ ਨਹੀਂ ਹੈ। ਮਨ ਨੂੰ ਰੋਕਿਆ ਗੱਲ ਨਹੀਂ ਬਣੇਗੀ। ਅਭਿਆਸ ਕਰਨਾ ਹੈ ਕਿ ਦੁਬਾਰਾ ਉਹ ਚੀਜ਼ ਸਾਹਮਣੇ ਆਵੇ ਤੇ ਮਨ ਉਸ ਪਾਸੇ ਮੂੰਹ ਹੀ ਨਾ ਕਰੇ। ਇਸ ਗੱਲ ਦੀ ਪ੍ਰੈਕਟਿਸ ਕਰਨੀ ਹੈ। ਇਸ ਗੱਲ ਦੀ ਰੋਜ਼ ਐਕਸਰਸਾਈਜ਼ ਕਰਨੀ ਹੈ। ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ, ਨਿਤ ਨਿਤ ਰਖ ਉਰ ਧਾਰੋ। ਨਿਤ ਨਿਤ, ਰੋਜ਼ ਰੋਜ਼। ਹੁਣ ਇੱਕ ਗੱਲ, ਸਾਰੀਆਂ ਕੋਈ ਨਵੀਆਂ ਗੱਲਾਂ ਤਾਂ ਮੈਂ ਕਰ ਨਹੀਂ ਰਿਹਾ, ਸਾਰੀਆਂ ਗੱਲਾਂ ਗੁਰਬਾਣੀ ਦੀਆਂ ਨੇ, ਤੇ ਸਾਰੀਆਂ ਹੀ ਪੰਕਤੀਆਂ ਤੁਸੀਂ ਰੋਜ਼ ਪੜ੍ਹਦੇ ਹੋ। ਇਹਨੂੰ ਨਿਤ ਨਿਤ ਉਰ ਧਾਰਨਾ ਹੈ। ਉਰ ਧਾਰਨ ਦਾ ਅਰਥ ਹੁੰਦਾ ਆਪਣੇ ਹਿਰਦੇ ਵਿੱਚ ਵਸਾਉਣਾ। ਇਸ ਮਨ ਦੀ ਇੰਨੀ ਪ੍ਰੈਕਟਿਸ ਹੋ ਜਾਏ ਕਿ ਫਿਰ ਕਿਸੇ ਦੀ ਅਮੀਰੀ ਵੇਖ ਕੇ, ਕਿਸੇ ਦਾ ਸੁਹੱਪਣ ਵੇਖ ਕੇ, ਕਿਸੇ ਦੀ ਚਮਕ ਦਮਕ ਵੇਖ ਕੇ ਮਨ ਨੂੰ ਫਿਕਰ ਹੀ ਕੋਈ ਨਾ ਹੋਵੇ, ਪਰਵਾਹ ਹੀ ਕੋਈ ਨਾ ਹੋਵੇ। ਆ ਜਿਹੜੇ ਲੋਕ ਦਿੱਲੀ ਆਉਂਦੇ ਨੇ, ਪਤਾ ਕਿਹੜੇ ਲੋਕ ਡਿਸਟਰਬ ਹੁੰਦੇ ਨੇ? ਜਿਨ੍ਹਾਂ ਕੋਲ ਥੋੜੇ ਜਿਹੇ ਪੈਸੇ ਹੁੰਦੇ ਨੇ। ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਨਾ, ਉਹ ਬਿਲਡਿੰਗਾਂ ਵੇਖ ਕੇ, ਕਾਰਾਂ ਵੇਖ ਕੇ ਖੁਸ਼। ਉਹ ਮਹੀਨਾ ਜਾ ਕੇ ਪਿੰਡ 'ਚ ਸੂਤ ਨਹੀਂ ਆਉਂਦੇ। ਉਹ ਮਹੀਨਾ ਮਹੀਨਾ ਜਾ ਕੇ ਸੂਤ ਨਹੀਂ ਆਉਂਦੇ। ਮੈਂ ਐਡੀ ਵੱਡੀ ਰੇਲ ਗੱਡੀ ਵੇਖੀ, ਮੈਂ ਐਡੀਆਂ ਐਡੀਆਂ ਕਾਰਾਂ ਵੇਖੀਆਂ। ਉਹਨਾਂ ਨੂੰ ਪਤਾ ਵੀ ਨਾ ਪੈਸੇ ਨੇ, ਨਾ ਆਪਾਂ ਖਰੀਦ ਸਕਦੇ ਆ। ਤੇ ਜਿਹਦੇ ਕੋਲ ਥੋੜੇ ਜਿਹੇ ਹੁੰਦੇ ਨੇ, ਉਹ ਡਿਸਟਰਬ ਹੋ ਕੇ ਚਲਾ ਜਾਂਦਾ ਹੈ। ਕਦੇ ਇੱਦਾਂ ਦੀ ਕੋਠੀ ਆਪਣੀ ਵੀ ਹੋਵੇ, ਕਦੇ ਇੱਦਾਂ ਦੀ ਕਾਰ ਆਪਣੀ ਵੀ ਹੋਵੇ। ਲਓ, ਉਹ ਨਾ ਬੰਦਾ ਮੁੜ ਕੇ ਸੂਤ ਆਇਆ, ਉਹਦੀ ਨੀਂਦ ਗਈ ਵਿਚਾਰੇ ਦੀ, ਉਹਦਾ ਸੁੱਖ ਚੈਨ ਵੀ ਗਿਆ। ਮਨ ਹੀ ਇੱਦਾਂ ਦਾ ਬਣਾ ਲਓ, ਲੋੜ ਹੀ ਕੋਈ ਨਹੀਂ। ਸਗੋਂ ਆਪਣੇ ਆਪ ਨੂੰ ਕਦੇ ਆਮ ਆਦਮੀ ਦੇ ਲੈਵਲ ਤੇ ਲੈ ਕੇ ਜਾਓ। ਕਦੇ ਆਮ ਆਦਮੀ ਵੀ ਬਣ ਕੇ ਵੇਖੋ
ਕਿ ਆਮ ਸਧਾਰਨ ਆਦਮੀ ਕਿਵੇਂ ਰੋਟੀ ਖਾਂਦਾ ਹੈ, ਉਹ ਕਿਵੇਂ ਗੁਜ਼ਾਰਾ ਕਰਦਾ ਹੈ। ਕਦੇ ਬੱਸ ਵਿੱਚ ਬਹਿ ਕੇ ਵੇਖੋ, ਕਦੇ 3 ਵੀਲਰ 'ਚ ਵੀ ਬਹਿ ਕੇ ਵੇਖੋ, ਪਤਾ ਲੱਗੇ ਤੁਹਾਨੂੰ ਦੁਨੀਆ ਸੰਸਾਰ ਕਿਵੇਂ ਸਫ਼ਰ ਕਰਦੀ ਹੈ। ਹਾਂਜੀ। ਨਾਸ ਬਾਸਨਾ ਤਬ ਹੀ ਭਈ, ਦ્વੈਤ ਸਰਬ ਔਰ ਤੇ ਮਿਟ ਗਈ। ਕੀ ਹੋਵੇਗਾ? ਵਾਸ਼ਨਾਵਾਂ ਖਤਮ ਹੋ ਜਾਣਗੀਆਂ, ਦ્વੈਤ ਵੀ ਮੁੱਕ ਜਾਏਗੀ। ਇਹ ਸਵਾਲ ਹੀ ਨਹੀਂ। ਫਿਰ ਸਵਾਲ ਇਹ ਨਹੀਂ ਹੈ ਕਿ ਇਹ ਅਮੀਰੀ ਦੂਜੇ ਦੀ ਹੈ ਨਾ। ਅਗਰ ਤੁਹਾਨੂੰ ਦੂਜੇ ਦਾ ਮਾਣ ਕਰਨਾ ਆ ਜਾਏ, ਤੁਹਾਡਾ ਜੀਵਨ ਸੁਖੀ ਹੋ ਸਕਦਾ ਹੈ। ਪਰ ਇਹ ਕਿਵੇਂ ਹੋਏਗਾ? ਕੋਈ ਦਵਾਈ ਨਹੀਂ ਜੇ ਬਣੀ। ਐਵੇਂ ਨਾ ਕੋਰੋਨਾ ਵਾਂਗੂ ਨਵੀਂ ਵੈਕਸੀਨ ਲੈਣ ਚਲੇ ਜਾਇਓ ਕਿ ਈਰਖਾ ਦੀ ਦਵਾਈ ਦੇ ਦਿਓ ਜੀ, ਸਾੜੇ ਦੀ ਦਵਾਈ ਦੇ ਦਿਓ ਜੀ। ਨਾ, ਇਹ ਤਾਂ ਬਿਸਰ ਗਈ ਸਭ ਤਾਤ ਭਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਸੰਗਤ ਤੋਂ ਬਿਨਾ ਨਹੀਂ ਹੋਏਗਾ। ਈਰਖਾ ਵੀ ਨਹੀਂ ਮਿਟਣੀ, ਪਰਾਈ ਤਾਤ ਵੀ ਨਹੀਂ ਮਿਟਣੀ। ਇਹ ਮਿਟੇਗੀ ਉਸ ਦਿਨ ਜਿੱਦਣ ਸੰਗਤ ਵਿੱਚ ਤੁਸੀਂ ਆ ਜਾਓਗੇ। ਸਗੋਂ ਕਹੋਗੇ ਸ਼ੁਕਰ ਹੈ, ਚਲੋ ਰੱਬ ਨੇ ਮੈਨੂੰ ਤੇ ਨਹੀਂ ਦਿੱਤਾ, ਕਿਸੇ ਨੂੰ ਤੇ ਦਿੱਤਾ ਹੈ ਨਾ, ਕਿਸੇ ਨੂੰ ਤੇ ਦਿੱਤਾ ਹੈ ਨਾ। ਹੁਣ ਵੇਖੋ ਨਾ ਪਿਛਲੇ ਸਾਲ 'ਚ ਕੀ ਹੋਇਆ, ਵੱਡੇ ਵੱਡੇ ਬੰਦਿਆਂ ਦੇ ਕਾਰਖਾਨੇ ਬੰਦ ਹੋ ਗਏ, ਪਰ ਉਹਦੇ ਵਿੱਚ ਮੇਰੀ ਵੀ ਤਾਂ ਮਜ਼ਦੂਰੀ ਗਈ ਨਾ, ਮੇਰੀ ਦਿਹਾੜੀ ਲੱਗਦੀ ਸੀ, ਉਹ ਬੰਦ ਹੋ ਗਈ। ਸਗੋਂ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਕਾਰਖਾਨੇ ਨੇ ਚੱਲਣ, ਜੇ ਉਹਨਾਂ ਦੇ ਕਾਰਖਾਨੇ ਚੱਲਣਗੇ ਤੇ ਮੇਰੀ ਦਿਹਾੜੀ ਵੀ ਤਾਂ ਚੱਲੇਗੀ ਨਾ। ਅਸੀਂ ਸਾਰੇ ਇੱਕ ਦੂਜੇ ਦੇ ਪੂਰਕ ਆ। ਇਹਦੇ ਨਾਲ ਹੀ ਇਕਨੋਮੀ ਚੱਲਦੀ ਹੈ, ਇਹਦੇ ਨਾਲ ਹੀ ਸੰਸਾਰ ਚੱਲਦਾ ਹੈ, ਇਹਦੇ ਨਾਲ ਹੀ ਦੁਨੀਆ ਚੱਲਦੀ ਹੈ, ਇਹਦੇ ਨਾਲ ਹੀ ਸਾਰੇ ਦੁਨੀਆ ਦੇ ਧੰਦੇ ਚੱਲਦੇ ਨੇ। ਜੇ ਟ੍ਰੇਨ ਆਏਗੀ ਤੇ ਆਟੋ ਰਿਕਸ਼ੇ ਵਾਲੇ ਨੂੰ ਵੀ ਭਾਈ ਸਵਾਰੀ ਮਿਲੇਗੀ। ਤਾਂ ਆਪਾਂ ਕਹੀ ਜੇ ਟ੍ਰੇਨਾਂ ਬੰਦ ਹੋ ਜਾਣ ਤੇ ਚੇਤਾ ਰੱਖੀ ਤੇਰਾ 3 ਵੀਲਰ ਵੀ ਨਹੀਂ ਚੱਲੇਗਾ। ਕਈ ਵਾਰੀ ਆਪਾਂ ਨੂੰ ਲੱਗਦਾ ਵੀ ਵੱਡੇ ਦਾ ਨੁਕਸਾਨ ਹੋ ਜਾਏ, ਵੱਡੇ ਦਾ ਨੁਕਸਾਨ ਹੋਏਗਾ ਤੇ ਛੋਟਾ ਵੀ ਨਹੀਂ ਬਚੇਗਾ। ਜੇ ਵੱਡੀ ਇੰਡਸਟਰੀ ਅਗਰ ਆਉਂਦੀ ਹੈ ਤੇ ਇਹ ਜ਼ਰੂਰ ਚੇਤਾ ਰੱਖਣਾ ਕਿ ਲੇਬਰ ਕਲਾਸ ਨੂੰ ਵੀ ਰੋਟੀ ਉਸੇ ਵੇਲੇ ਮਿਲ ਜਾਂਦੀ ਨਾਲ ਦੀ ਨਾਲ। ਰੱਬ ਨੇ ਇੱਕ ਦੂਜੇ ਨਾਲ ਜੋੜਿਆ ਹੋਇਆ ਸਾਨੂੰ ਆਪਸ ਵਿੱਚ। ਪਰ ਇਹ ਸੰਗਤ ਵਿੱਚ ਆਓਗੇ ਤੇ ਈਰਖਾ ਮੁੱਕੇਗੀ, ਨਹੀਂ ਤੇ ਮੁੱਕਣੀ ਨਹੀਂ, ਨਹੀਂ ਤੇ ਸਾੜਾ ਹੀ ਨਹੀਂ ਖਤਮ ਹੋਣਾ। ਹਾਂਜੀ। ਪੂਰਨ ਰਖਿਓ ਪਰਮਾਤਮ ਸਾਰੇ, ਮਿਥਿਆ ਸਰਬ ਪਰਪੰਚ ਪਸਾਰੇ। ਇਹ ਪੂਰਨ ਲਖਿਓ ਪਰਮਾਤਮ ਸਾਰੇ। ਇਹਨਾਂ ਪਿੰਡ ਦੇ ਲੋਕਾਂ ਨੇ, ਕੁਰਖੰਡ ਦੇ ਲੋਕਾਂ ਨੇ, ਸ਼ਹਿਰ ਦੇ ਲੋਕਾਂ ਨੇ ਸਮਝ ਲਿਆ ਕਿ ਪਰਮਾਤਮਾ ਪੂਰਨ ਹੈ, ਇਹ ਜਿਹੜਾ ਪ੍ਰਪੰਚ ਹੈ ਇਹ ਮਿਥਿਆ ਹੈ। ਰੱਬ ਸਰਬਾਗਾ ਹੈ ਤੇ ਦੁਨੀਆ ਜਿਹੜੀ ਹੈ ਇਹ ਬਿਨਸਨਹਾਰ ਹੈ। ਹਾਂਜੀ। ਜਬੈ ਆਤਮਾ ਅਸ ਭ੍ਰਮ ਭੰਨਾ, ਪਾ ਪਰਮਾਤਮਾ ਸੁਧ ਚਿਤੰਨਾ। ਜਦੋਂ ਆਤਮਾ ਨੇ ਇਹ ਭਰਮ ਭੰਨ ਦਿੱਤਾ ਤੇ ਫਿਰ ਕੀ ਹੋਇਆ? ਆਤਮਾ ਸ਼ੁੱਧ ਹੋ ਗਈ, ਆਤਮਾ ਪਵਿੱਤਰ ਹੋ ਗਈ। ਪਵਿੱਤਰ ਕਿੰਨੀ ਹੋ ਗਈ? ਕਿਉਂ? ਤੇ ਪਰਮਾਤਮਾ ਜਿੰਨੀ ਪਵਿੱਤਰ ਹੋ ਗਈ ਪਈ। ਫਿਰ ਆਤਮਾ ਤੇ ਪਰਮਾਤਮਾ ਵਿੱਚ ਕੋਈ ਫਰਕ ਹੀ ਨਹੀਂ ਰਿਹਾ। ਹਾਂਜੀ। ਜਬ ਅਨਾਤਮਾ ਦੇਹ ਪਛਾਨੀ, ਗੇ ਸੰਕਲਪ ਵਿਕਲਪ ਬਿਹਾਨੀ। ਸ਼ੁੱਧ ਆਤਮਾ ਦੇ ਨਾਲ ਕੀ ਹੋਇਆ? ਸੰਕਲਪ ਵੀ ਚਲੇ ਗਏ, ਵਿਕਲਪ ਵੀ ਚਲੇ ਗਏ। ਇਹ ਜਿਹੜੇ ਫੁਰਨੇ ਸੀ, ਸ਼ੌਕ ਸੀ, ਜਿਹੜੀਆਂ ਰੋਜ਼ ਮਨ ਵਿੱਚ ਅਸੀਂ ਕਹਾਣੀਆਂ ਬਣਾਉਂਦੇ ਸੀ, ਸਭ ਖਤਮ ਹੋ ਗਈਆਂ। ਹਾਂਜੀ। ਤਉ ਮਿਲਬੋ ਈਸ਼ਵਰ ਕੋ ਹੋਏ, ਨਾਤਰ ਵਿਛੜ ਰਿਓ ਸਭ ਕੋਏ। ਤਦੋਂ ਫਿਰ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਭਾਈ, ਨਹੀਂ ਤਾਂ ਬੰਦਾ ਵਿਛੜ ਕੇ ਹੀ ਮਰਦਾ ਹੈ ਤੇ ਮਰਨ ਤੋਂ ਬਾਅਦ ਵੀ ਵਿਛੜ ਜਾਂਦਾ ਹੈ।
ਕੁਰਖੰਡ ਦੇ ਲੋਕ ਸੋਚਦੇ ਸੀ ਬੰਦਾ ਮਰੇ ਤੇ ਰੱਬ ਨੂੰ ਮਿਲਦਾ ਹੈ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਰੱਬ ਇੱਦਾਂ ਤਾਂ ਨਹੀਂ ਮਿਲਦਾ ਭਾਈ। ਹਾਂਜੀ। ਗਿਆਨ ਪ੍ਰਾਪਤ ਜਿਨ ਮਨ ਮਾਹੀ, ਵਿਛਰਨ ਮਿਲਨ ਸੋ ਜਾਣਤ ਨਾਹੀ। ਪਰ ਜਿਨ੍ਹਾਂ ਨੂੰ ਗਿਆਨ ਹੋ ਜਾਏ ਉਹ ਪਰਮਾਤਮਾ ਤੋਂ ਫਿਰ ਨਾ ਵਿਛੜਦੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਮਿਲਾਪ ਦੀ ਕੋਈ ਇੱਛਾ ਰਹਿੰਦੀ ਹੈ। ਹੁਣ ਦੇਖੋ ਨਾ, ਜੇ ਤੁਸੀਂ ਕਿਸੇ ਕੰਪਨੀ 'ਚ ਨੌਕਰੀ ਕਰਦੇ ਹੋ, ਕਿਸੇ ਪਰਿਵਾਰ ਦੇ ਮੈਂਬਰ ਹੋ ਔਰ ਤੁਹਾਡਾ ਪਰਿਵਾਰ ਦੇ ਵਿੱਚ ਏਕਾ ਹੈ, ਜਾਂ ਤੁਸੀਂ ਕਿਸੇ ਕੰਪਨੀ ਦੇ EMPLOYEES ਹੋ, ਤੁਹਾਨੂੰ ਉਹਨਾਂ ਨੇ ਅਮਰੀਕਾ ਵੀ ਭੇਜਿਆ, ਕੈਨੇਡਾ ਭੇਜਿਆ, ਕੀ ਫਰਕ ਪੈਂਦਾ? ਹੁਣ ਕੋਈ ਤੁਹਾਨੂੰ ਪੁੱਛੇ ਵੀ ਤੂੰ ਨੌਕਰੀ ਛੱਡਤੀ ਹੈ, ਉਹ ਕਹਿੰਦਾ ਨਹੀਂ। ਤੇ ਫਿਰ ਤੂੰ ਬਾਹਰ ਕਿਵੇਂ ਚਲਾ ਗਿਆ? ਕਹਿੰਦਾ ਜੀ ਕੰਪਨੀ ਨੇ ਘੱਲਿਆ। ਹੁਣ ਉਹ ਇੱਥੇ ਵੀ ਉਸ ਕੰਪਨੀ 'ਚ, ਬਾਹਰ ਵੀ ਉਸੇ ਕੰਪਨੀ 'ਚ, ਉਹਨੂੰ ਕੀ ਫਰਕ ਪੈਂਦਾ? ਜਦੋਂ ਗਿਆਨ ਹੋ ਗਿਆ ਫਿਰ ਭਾਵੇਂ ਬੰਦਾ ਸਰੀਰ ਵਿੱਚ ਹੋਵੇ, ਭਾਵੇਂ ਸਰੀਰ ਤੋਂ ਬਾਹਰ ਹੋਵੇ, ਗਿਆਨ ਇਹ ਹੈ ਕਿ ਇਹ ਸਰੀਰ ਵੀ ਰੱਬ ਦਾ ਚਲਾਇਆ ਚੱਲਦਾ ਹੈ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਕਿ ਬਾਬਾ ਬੋਲਤੇ ਥੇ ਕਹਾਂ ਗਏ, ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਆ ਜਿਹੜਾ ਅਸੀਂ ਸਾਜ਼ ਵਜਾਉਂਦੇ ਆ, ਜਿੱਦਣ ਰੱਬ ਇਹਦੀਆਂ ਤਾਰਾਂ ਤੋੜਦਾ ਹੈ, ਅੱਖਾਂ ਵੇਖਣਾ ਛੱਡ ਦਿੰਦੀਆਂ ਨੇ, ਕੰਨ ਸੁਣਨੇ ਛੱਡ ਦਿੰਦੇ ਨੇ, ਮੂੰਹ ਖੁੱਲਣੋਂ ਬੰਦ ਹੋ ਜਾਂਦਾ ਹੈ, ਜ਼ਬਾਨ ਚੱਲਣੋਂ ਬੰਦ ਹੋ ਜਾਂਦੀ ਹੈ, ਫਿਰ ਨੱਕ ਸਾਹ ਨਹੀਂ ਲੈਂਦਾ, ਫਿਰ ਹੱਥ ਪੈਰ ਨਹੀਂ ਹਿੱਲਦੇ ਭਾਈ। ਹਾਂਜੀ। ਪਰਮਾਤਮ ਪੂਰਨ ਹੈ ਸਾਰੇ, ਵਿਛਰੈ ਤਉ ਕਤ ਨਾਹੇ ਨਿਰਾਰੇ। ਪਰਮਾਤਮਾ ਸਾਰੀਆਂ ਥਾਵਾਂ ਤੇ ਹੈ, ਪਰਮਾਤਮਾ ਤੋਂ ਤਾਂ ਵਿਛੜਿਆ ਹੀ ਨਹੀਂ ਬੰਦਾ। ਪਰਮਾਤਮਾ ਤੋਂ ਵਿਛੜਦੇ ਆ ਜਦੋਂ ਪਰਮਾਤਮਾ ਨੂੰ ਅਸੀਂ ਭੁੱਲਦੇ ਆ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ, ਰੋਗ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਹਾਂਜੀ। ਜੇ ਵਿਛਰੈ ਤਉ ਮਿਲ ਨਾ ਹੋਏ, ਨਾ ਤੁਰ ਮਿਥਿਆ ਕਹਿਨੇ ਦੋਏ। ਵਿਛੜੇ ਤੋਂ ਮਿਲਣਾ ਹੋਏ, ਕੋਈ ਵਿਛੜੇ ਤੇ ਮਿਲਣਾ ਹੁੰਦਾ ਹੈ, ਜਿਹੜਾ ਵਿਛੜਿਆ ਹੀ ਨਹੀਂ ਉਹਦੇ ਮਿਲਾਪ ਦੀ ਕਿਹੜੀ ਤੁਸੀਂ ਗੱਲ ਕਰ ਸਕਦੇ ਹੋ ਭਾਈ? ਇਹ ਤਾਂ ਘੱਟ ਉਪਾਦਵਤ ਮਾਇਆ ਭਾਸਾ, ਨਾਤੁਰ ਮਿਥਿਆ ਕਹਿਣੇ ਦੋਏ। ਇਹ ਦੋਵੇਂ ਗੱਲਾਂ ਕਹਿਣੀਆਂ ਮਿਥਿਆ ਹੈ, ਝੂਠ ਹੈ। ਹਾਂਜੀ। ਵਿਆਪਕ ਦਿਸੈ ਜਿਉ ਆਕਾਸ਼ਾ, ਘਟ ਉਪਾਦਵਤ ਮਾਇਆ ਭਾਸਾ। ਇੱਥੇ ਬੜੀ ਸੋਹਣੀ ਸਤਿਗੁਰਾਂ ਉਦਾਹਰਨ ਦਿੱਤੀ। ਕਹਿਣ ਲੱਗੇ ਘੜਿਆਂ ਦੇ ਵਿੱਚ ਪਾਣੀ ਸੀ, 2 4 5 ਘੜੇ ਰੱਖੇ ਸੀ ਤੇ ਉਹਦੇ ਵਿੱਚ ਪਾਣੀ ਭਰਿਆ ਸੀ। ਰਾਤ ਦਾ ਵਕਤ ਸੀਗਾ, ਆਕਾਸ਼ ਦੇ ਵਿੱਚ ਚੰਦਰਮਾ ਸੀਗਾ। ਹੁਣ ਜਿਹੜੇ ਘੜੇ 'ਚ ਵੇਖੋ ਉਸੇ ਘੜੇ 'ਚ ਹੀ ਚੰਦਰਮਾ ਹੈ। ਇਹਦਾ ਲੱਗਦਾ ਵੀ 5 ਘੜਿਆਂ 'ਚ 5 ਚੰਦਰਮਾ ਨੇ, 6 ਘੜੇ ਤੇ 6 ਚੰਦਰਮਾ ਨੇ, 7 ਘੜੇ ਨੇ ਤੇ 7 ਚੰਦਰਮਾ ਨੇ। ਪਰ ਹੁਣ ਕੀ ਕਰੋ? ਡੰਡਾ ਫੜੋ, 6-7 ਘੜੇ ਤੋੜ ਦਿਓ। ਜਦੋਂ ਘੜੇ ਟੁੱਟ ਗਏ ਤੇ ਫਿਰ ਕੀ ਹੋਏਗਾ? ਫਿਰ ਚੰਦਰਮਾ ਇੱਕੋ ਹੀ ਨਜ਼ਰ ਆਏਗਾ। ਇਹ ਜਿਹੜਾ ਵਖਰੇਵਾਂ ਹੈ ਇਹ ਸਰੀਰਾਂ ਕਰਕੇ ਹੈ, ਸਰੀਰਾਂ ਕਰਕੇ ਵਖਰੇਵਾਂ ਸੀ ਭਾਈ। ਇਸ ਕਰਕੇ ਜਦੋਂ ਗਿਆਨ ਹੋ ਜਾਂਦਾ ਹੈ ਫਿਰ ਪਰਮਾਤਮਾ ਨੂੰ ਮਿਲਣਾ ਤੇ ਵਿਛੜਨਾ ਇਹ ਸਵਾਲ ਹੀ ਨਹੀਂ ਰਹਿੰਦਾ। ਉਹ ਜਿਉਂਦਾ ਹੈ ਤਾਂ ਵੀ ਉਹਦੇ ਹੁਕਮ ਦੇ ਵਿੱਚ ਹੈ, ਮਰ ਜਾਂਦਾ ਹੈ ਤਾਂ ਵੀ ਉਹਦੇ ਭਾਣੇ ਦੇ ਵਿੱਚ ਹੈ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਕੱਲ 10 ਨੇ ਦਰਬਾਰ ਸਾਹਿਬ ਜਾਣਾ ਹੈ। ਭਾਈ ਗੁਰਪ੍ਰੀਤ ਸਿੰਘ ਹੋਰੀ ਕੱਲ ਸ਼ਾਮ ਦੀ ਹਾਜ਼ਰੀ ਭਰਨਗੇ। ਆਪ ਜੀ ਨੇ ਭੁੱਲਾਂ ਬਖਸ਼ ਦੇਣੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।